ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਨਾਹਿਨ ਨਿਰਮਲ ਕਰਨੀ। ਸਾਧ ਸੰਗਤ ਕੈ ਅੰਚਲ ਲਾਵਹੁ, ਬਿਖਮ ਨਦੀ ਜਾਏ ਤਰਣੀ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਾਮਦੀ, ਨੂਰ ਅਰਸੋ ਕੁਰਸੋ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾਂ ਦਾ ਬੇਸਾਹੋ। ਸਤਿਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੰਤਨ ਕੀ ਸਰਣਾਈ ਪੜਿਆ, ਜੀਉ ਪ੍ਰਾਣ ਧਨ ਆਗੈ ਧਰਿਆ। ਸੇਵਾ ਸੁਰਤ ਨ ਜਾਣਾ ਕਾਈ, ਤੁਮ ਕਰਹੁ ਦਇਆ ਕਿਰਮਾਇਣਾ। ਸੰਤਨ ਕੀ ਸਰਣਾਈ ਪੜਿਆ, ਜੀਉ ਪ੍ਰਾਣ ਧਨ ਆਗੈ ਧਰਿਆ। ਸੇਵਾ ਸੁਰਤ ਨ ਜਾਣਾ ਕਾਈ, ਤੁਮ ਕਰਹੁ ਦਇਆ ਕਿਰਮਾਇਣਾ। ਨਿਰਗੁਣ ਕੋ ਸੰਗ ਲਿਹੁ ਰਲਾਏ, ਕਰ ਕਿਰਪਾ ਮੋਹ ਟਹਿਲੈ ਲਾਏ। ਪੱਖਾ ਫੇਰੋ ਪੀਸੋ ਸੰਤ ਆਗੈ, ਚਰਨ ਧੋਏ ਸੁਖ ਪਾਇਣਾ। ਬਹੁਤ ਦੁਆਰੇ ਭ੍ਰਮ ਭ੍ਰਮ ਆਇਆ, ਤੁਮਰੀ ਕਿਰਪਾ ਤੇ ਤੁਮ ਸਰਣ ਆਇਆ। ਸਦਾ ਸਦਾ ਸੰਤਹਿ ਸੰਗ ਰਾਖੋ,
एहो नाम दान दे बायना। भय कृपाल गुसाई मेरे, दर्शन पाया सतगुर पूरे। सूख सहज सदा आनंदा, नानक दास दसायना। भय कृपाल गुसाई मेरे, दर्शन पाया सतगुर पूरे। सूख सहज सदा आनंदा, नानक दास दसायना। वाहिगुरु जी का खालसा, वाहिगुरु जी की फतेह। जुगो जुग अटल, चवर छतर तख्त दे मालक। बाणी के बोहित, जाहरा जहूर हाजरा हजूर। सर्व कला समरथ, धन धन साहिब। श्री गुरु ग्रंथ साहिब सच्चे सतगुरु जी दी पावन पवित्र निੱਘੀ गोद अंदर जुड़ बैठे गुरु रूप गुरु सवारे सत संगी जनो। आप जी बड़ भागे हो, जो दशमेश पिता गुरु कलगीधर सतगुरु। अमृत के दाते सर्वांस दानी सहबे कमाल। धन धन साहिब श्री गुरु गोबिंद सिंह महाराज जी की चरण छो धरती। महान पवित्र अस्थान गुरुद्वारा मंजी साहिब आलमगीर विखे अमृत बेले तो हाजरियाँ भर के सत संगत करके सतगुरु महाराज जी दियाँ खुशियाँ प्राप्त कर रहे हो। साहिबां दे पावन दरबार दे विच अमृत बेले तो सजे होए दीवाना विच आप जी ने हुणे ही सत्कारयोग गुरु घर दे कीर्तनियां पासों श्री आसा जी की वार दे कीर्तन श्रवण कीते हैं। सुआओ गुरु सवारियो समा है, जो चल रही लड़ीवार गुरबाणी दी कथा। मारू राग दे विचों आप संगतां श्रवण करदियां आ रहीआं हन। मारू राग दे विच पंजवें गुरदेव पंजवें पातशाह शहीदां दे सरताज बाणी के बोहित धन धन साहिब श्री गुरु अर्जन देव महाराज जी साडे उत्ते बख्शिश कर रहे हैं। मारू सोलहे बाणी दे विच पातशाह जी दा ये पावन शब्द सतगुरां दे 1078 ते सुशोभित है। पिछलेरे दीवाना दे विच आप जी ने 11 बंदा तक विचार श्रवण कीती सी। अज सतगुरु महाराज जी 12वें बंद द्वारा सानू पावन उपदेश बख्शिश कर रहे हैं। आओ अपनियां मन विरतियां इकागर करिए, ध्यान गुरु चरणां नाल जोड़ीए ते गुरु महाराज जी दे पावन उपदेश नूं हिरदियां विच वसा के अपना जीवन सफला करिए। करो सारे अपनी रसना पवित्र ते उचारण करो जी सतनाम श्री वाहिगुरु साहिब जी।
ਸੰਤਨ ਕੀ ਸਰਨਾਈ ਪੜਿਆ, ਜਿਉ ਪ੍ਰਾਣ ਤਨ ਆਗੈ ਧਰਿਆ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪਾਵਨ ਸ਼ਬਦ ਦੁਆਰਾ ਪ੍ਰਭੂ ਦੇ ਪਿਆਰਿਆਂ ਦੀ ਸ਼ਰਨ ਵਿੱਚ ਆਉਣ ਦੀ ਸਤਿਗੁਰੂ ਜੀ ਸਾਨੂੰ ਜਾਂਚ ਸਿਖਾਉਂਦੇ ਨੇ ਕਿ ਕਿਵੇਂ ਉਸ ਪਰਮੇਸ਼ਰ ਵਾਹਿਗੁਰੂ ਦੇ ਚਰਨਾਂ 'ਚ ਬੇਨਤੀ ਕਰਨੀ ਹੈ ਅਤੇ ਮਾਲਕ ਨੇ ਫਿਰ ਕਿਵੇਂ ਬਖਸ਼ਿਸ਼ ਕਰਨੀ ਹੈ। ਅਤੇ ਸਤਿਗੁਰੂ ਪਾਵਨ ਸ਼ਬਦ ਵੀ ਦੱਸ ਰਹੇ ਨੇ, ਸੰਤਨ ਕੀ ਸਰਨਾਈ ਪੜਿਆ। ਸੰਤ ਦੀ ਪਰਿਭਾਸ਼ਾ ਜਿਨ੍ਹਾਂ ਦੇ ਅੰਦਰੋਂ ਬਿਲਕੁਲ ਤ੍ਰਿਸ਼ਨਾ ਖਤਮ ਹੋ ਗਈ ਹੈ, ਜਿਹੜੇ ਸ਼ਾਂਤ ਚਿੱਤ ਵਾਲੇ ਹਨ, ਉਹਨਾਂ ਨੂੰ ਆਖਿਆ ਜਾਂਦਾ ਹੈ ਸੰਤ। ਅਤੇ ਜਿਹੜੇ ਸਾਸ ਗਰਾਸ ਦੁਆਰਾ ਮਾਲਕ ਦਾ ਨਾਮ ਜਪਦੇ ਹਨ, ਇਹੋ ਜਿਹੇ ਸੰਤ ਜਨਾਂ ਦੀ ਕਹਿੰਦੇ ਸ਼ਰਨਾਈ ਪੜਿਆ, ਮੈਂ ਸ਼ਰਨ ਵਿੱਚ ਪਿਆ ਹਾਂ। ਅਤੇ ਜੀਉ ਪ੍ਰਾਣ ਤਨ ਆਗੈ ਧਰਿਆ, ਅਤੇ ਆਪਣਾ ਜੀਉ ਜਿੰਦ ਆਤਮਾ ਪ੍ਰਾਣ ਧਨ ਇਤਿਆਦਿਕ ਜੋ ਕੁਝ ਵੀ ਕੋਲ ਹੈ, ਇਹ ਸਾਰਾ ਉਹਨਾਂ ਰੱਬ ਦੇ ਪਿਆਰਿਆਂ ਦੇ ਅੱਗੇ ਧਰ ਦਿੱਤਾ। ਕਿਉਂਕਿ ਉਹ ਰੱਬ ਦੇ ਪਿਆਰੇ ਆਪ ਉਸ ਮਾਲਕ ਪ੍ਰਭੂ ਨਾਲ ਇੱਕ-ਮਿਕ ਨੇ। ਅਤੇ ਮੈਨੂੰ ਵੀ ਉਹ ਪਾਵਨ ਉਪਦੇਸ਼ ਬਖਸ਼ਿਸ਼ ਕਰਕੇ ਅਤੇ ਉਸ ਮਾਲਕ ਪ੍ਰਭੂ ਨਾਲ ਇੱਕ-ਮਿਕ ਕਰਨਗੇ। ਇਸ ਕਰਕੇ ਮੈਂ ਉਹਨਾਂ ਦੇ ਚਰਨਾਂ ਵਿੱਚ ਸਭ ਕੁਝ ਅਰਪਣ ਕਰ ਦਿੱਤਾ। ਭਗਤ ਕਬੀਰ ਸਾਹਿਬਾਨ ਜੀ ਦੀ ਆਪਾਂ ਬਚਨ ਪੜ੍ਹਦੇ ਹਾਂ। ਕਬੀਰ ਸਾਹਿਬਾਨ ਜੀ ਕਹਿੰਦੇ ਨੇ, ਕਹਿੰਦੇ ਭਾਈ ਜੇ ਸੇਵਾ ਕਰਨੀ ਹੈ ਰੱਬ ਦੇ ਪਿਆਰੇ ਸੰਤ ਜਨਾਂ ਦੀ ਕਰੋ, ਜਾਂ ਪਰਮੇਸ਼ਰ ਦੀ ਸੇਵਾ ਕਰੋ, ਗੁਰੂ ਦੀ ਸੇਵਾ ਕਰੋ। ਇਹਨਾਂ ਦੋਨਾਂ ਦੀ ਸੇਵਾ ਕਰਨ ਨਾਲ ਕੀ ਪ੍ਰਾਪਤ ਹੋਵੇਗਾ? ਕਹਿੰਦੇ ਨੇ ਸੰਤ ਜਨ ਆਪ ਨਾਮ ਜਪਦੇ ਨੇ, ਆਪ ਬੰਦਗੀ ਕਰਦੇ ਹਨ। ਜਿਹੜੇ ਪਰਮੇਸ਼ਰ ਵਾਹਿਗੁਰੂ ਹੈ, ਵਾਹਿਗੁਰੂ ਦੀ ਟਹਿਲ ਸੇਵਾ ਸਿਮਰਨ ਕਰਨ ਦੇ ਨਾਲ ਜੀਵ ਨੂੰ ਮੁਕਤੀ ਪ੍ਰਾਪਤ ਹੁੰਦੀ ਹੈ। ਭਗਤ ਕਬੀਰ ਸਾਹਿਬਾਨ ਜੀ ਵਚਨ ਕਰਦੇ ਹਨ, ਕਬੀਰ ਸੇਵਾ ਕੋ ਦੋਏ ਭਲੇ, ਏਕ ਸੰਤ ਇਕ ਰਾਮ, ਰਾਮ ਜੋ ਦਾਤਾ ਮੁਕਤ ਕੋ, ਸੰਤ ਜਪਾਵੈ ਨਾਮ। ਰਵੰਤੀ ਰਾਮ ਮੁਕਤੀ ਦਾ ਦਾਤਾ ਮੰਨਿਆ ਗਿਆ, ਅਤੇ ਰੱਬ ਦੇ ਪਿਆਰੇ ਸੰਤ ਜਨ ਪਰਮੇਸ਼ਰ ਵਾਹਿਗੁਰੂ ਦਾ ਨਾਮ ਜਪਾਉਂਦੇ ਹਨ। ਇਸ ਕਰਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੁਖਮਨੀ ਸਾਹਿਬ ਦੀ ਪਾਵਨ ਬਾਣੀ 'ਚ ਬਚਨ ਕਰਦੇ ਹਨ ਕਿ ਸੰਤ ਸਰਨ ਜੋ ਜਨ ਪਰੈ, ਸੋ ਜਨ ਉਦਰਣ ਹਾਰ, ਸੰਤ ਕੀ ਨਿੰਦਾ ਨਾਨਕਾ, ਬੋਹਰ ਬੋਹਰ ਅਵਤਾਰ। ਜਿਹੜੇ ਰੱਬ ਦੇ ਪਿਆਰੇ ਸੰਤ ਜਨਾਂ ਦੀ ਰਸਨਾ ਨਿੰਦਿਆ ਕਰਦੇ ਹਨ, ਉਹਨਾਂ ਦਾ ਫਿਰ ਬਾਰ-ਬਾਰ ਜੰਮਣ ਵਾਲਾ ਚੱਕਰ ਚੱਲਦਾ ਰਹਿੰਦਾ ਹੈ। ਉਹ ਬਾਰ-ਬਾਰ ਜਨਮ ਲੈਂਦੇ ਮਰਦੇ ਟੇਢੀਆਂ ਮੇਢੀਆਂ ਜੂਨਾਂ 'ਚ ਭਟਕਦੇ ਹਨ, ਉਹ ਮੁਕਤ ਨਹੀਂ ਹੋ ਸਕਦੇ ਹਨ। ਗੁਰਮੁਖਾਂ ਦੀ ਸੰਗਤ ਕਰਕੇ ਹੀ ਨਾਮ ਜਿਹੜਾ ਹੈ ਜਪਿਆ ਜਾ ਸਕਦਾ ਹੈ। ਕਿ ਗੁਰਮੁਖ ਜਿਹੜੇ ਨੇ ਉਹ ਸਾਸ ਗਰਾਸ ਦੁਆਰਾ ਉਸ ਮਾਲਕ ਦਾ ਸਿਮਰਨ ਕਰਦੇ ਹਨ। ਸੰਤ ਦੀ ਪਰਿਭਾਸ਼ਾ ਜਿਹੜੇ ਨਾਮ ਜਪਣ ਵਾਲੀਆਂ ਰੂਹਾਂ ਨੇ, ਦੁਨੀਆ ਦੇ ਲੋਕਾਂ ਨੇ ਉਹਨਾਂ ਗੁਰਮੁਖਾਂ ਨੂੰ ਨਾਮ ਦੇਣਾ ਕੀਤਾ। ਕਿਸੇ ਨੇ ਉਹਨਾਂ ਨੂੰ ਸੰਤ ਸ਼ਬਦ ਨਾਲ ਸਤਿਕਾਰ ਨਾ ਕੀਤਾ, ਕਿਸੇ ਨੇ ਸਾਧ ਸ਼ਬਦ ਨਾਲ ਸਤਿਕਾਰ ਨਾ ਕੀਤਾ, ਕਿਸੇ ਨੇ ਭਗਤ ਸ਼ਬਦ ਨਾਲ ਸਤਿਕਾਰ ਨਾ ਕੀਤਾ ਹੈ। ਇਹਨਾਂ ਤਿੰਨਾਂ ਦੇ ਕੰਮ ਇੱਕ ਹੀ ਨੇ, ਨਾਮ ਜਪਣਾ, ਬੰਦਗੀ ਕਰਨੀ, ਲੋਕ ਭਲਾਈ ਦੇ ਕੰਮ ਕਰਨੇ, ਇਹੀ ਕਾਰਜ ਇਹ ਕਰਦੇ ਨੇ। ਅਤੇ ਪ੍ਰੇਮਾ ਭਗਤੀ ਦੇਖ ਕੇ ਕੋਈ ਭਗਤ ਆਖ ਦਿੰਦਾ ਹੈ, ਜਦੋਂ ਹਿਰਦੇ ਅੰਦਰ ਸ਼ਾਂਤ ਸੁਭਾਅ ਦੇਖਦੇ ਨੇ ਕਿ ਸ਼ਾਂਤ ਸੁਭਾਅ ਵਾਲੇ ਹਨ, ਤ੍ਰਿਸ਼ਨਾ ਤੋਂ ਰਹਿਤ ਹਨ, ਫਿਰ ਦੁਨੀਆ ਦੇ ਲੋਕ ਨੂੰ ਸੰਤ ਆਖ ਦਿੰਦੇ ਨੇ। ਜਦੋਂ ਦੇਖਦੇ ਨੇ ਕਿ ਇਸ ਜੀਵ ਦਾ ਜਿਹੜਾ ਮਨ ਹੈ ਇਹ ਵਿਕਾਰਾਂ ਵੱਲੋਂ ਬਿਲਕੁਲ ਸੁਚੇਤ ਹੈ, ਵਿਕਾਰਾਂ ਨੂੰ ਪੋਹ ਨਹੀਂ ਸਕਦੇ ਹਨ, ਅਤੇ ਫਿਰ ਗੁਰੂ ਸਵਾਰੇ ਉਹਨਾਂ ਨੂੰ ਕਹਿੰਦੇ ਇਹ ਸਾਧ ਹੈ, ਨਾ ਆਪਣੇ ਮਨ ਨੂੰ ਵਿਕਾਰਾਂ ਵੱਲੋਂ ਸਾਧਿਆ ਹੋਇਆ ਹੈ।
ਜੀਵ ਦਾ ਜੀਵਨ ਦੇਖ ਕੇ ਉਹ ਸ਼ਬਦ ਦੁਨੀਆ ਦੇ ਲੋਕ ਹੀ ਉਹਨਾਂ ਗੁਰਮੁਖਾਂ ਨੂੰ ਦਿੰਦੇ ਨੇ ਜਿਹੜੇ ਨਾਮ ਜਪਦੇ ਨੇ, ਬੰਦਗੀ ਕਰਦੇ ਹਨ। ਮਹਾਂਪੁਰਖਾਂ ਦੀ ਸੰਗਤ ਕਰਨ ਦਾ ਬਹੁਤ ਵੱਡਾ ਫਲ ਹੈ। ਦੇਖੋ, ਕਹਿੰਦੇ ਨੇ ਇੱਕ ਰਾਜਾ ਬਿਮਾਰ ਹੋ ਗਿਆ। ਰਾਜਾ ਬਿਮਾਰ ਹੋਇਆ ਅਤੇ ਰਾਜੇ ਦੇ ਸਰੀਰ ਉੱਤੇ ਜ਼ਖਮ ਹੋ ਗਿਆ। ਨਿਤਾ ਪ੍ਰਤੀ ਜਿਹੜਾ ਵੈਦ ਸੀ ਉਹਦਾ ਇਲਾਜ ਕਰਨ ਨਹੀਂ ਆਉਂਦਾ, ਦਵਾਈ ਲਾਉਂਦਾ, ਪੱਟੀ ਕਰਦਾ, ਅਤੇ ਸਮਾਂ ਲੰਘਦਾ ਗਿਆ। ਜਿਹੜਾ ਰਾਜੇ ਦਾ ਛੋਟਾ ਭਰਾ ਸੀ ਨਾ, ਛੋਟੇ ਭਰਾ ਦੇ ਮਨ 'ਚ ਲਾਲਚ ਆਇਆ ਕਿ ਮੇਰਾ ਭਰਾ ਵੱਡਾ ਖਤਮ ਹੋ ਜਾਵੇ, ਇਹਦੀ ਮੌਤ ਹੋ ਜਾਵੇ, ਅਤੇ ਭਰਾ ਤੋਂ ਬਾਅਦ ਫਿਰ ਮੈਂ ਇਸ ਗੱਦੀ ਉੱਤੇ ਬੈਠਾਂ ਅਤੇ ਮੈਂ ਰਾਜਾ ਬਣਾਂਗਾ, ਦੁਨੀਆ ਦੇ ਲੋਕ ਮੈਨੂੰ ਸਲਾਮਾਂ ਕਰਨਗੇ, ਮੇਰਾ ਹੁਕਮ ਚੱਲੇਗਾ। ਕਹਿੰਦੇ ਉਸ ਸਮੇਂ ਉਸ ਰਾਜੇ ਦੇ ਭਰਾ ਨੇ ਜਿਹੜਾ ਜਰਾ ਸੀ, ਜਾਂ ਕਹਿ ਦੀ ਜਿਹੜਾ ਉਹ ਵੈਦ ਸੀ, ਵੈਦ ਨੂੰ ਆਪਣੇ ਕੋਲ ਸੱਦਿਆ, ਉਹਨੂੰ ਵੱਢੀ ਦੇਣਾ ਕੀਤੀ, ਰਿਸ਼ਵਤ ਦਿੱਤੀ ਕਿ ਆਹ ਚੱਕ ਮਾਇਆ, ਤੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮੇਰੇ ਭਰਾਤਾ ਨੂੰ ਜ਼ਹਿਰ ਖਿਲਾਣਾ ਕਰ। ਜਦੋਂ ਜ਼ਹਿਰ ਖਾਵੇਗਾ ਮੌਤ ਹੋਵੇਗੀ ਭਰਾਤਾ ਦੀ, ਉਸ ਤੋਂ ਬਾਅਦ ਫਿਰ ਰਾਜਾ ਮੈਂ ਬਣ ਜਾਵਾਂਗਾ, ਆਪਾਂ ਸੁੱਖਾਂ ਦੇ ਨਾਲ ਆਪਣੀ ਜ਼ਿੰਦਗੀ ਬਤੀਤ ਕਰਾਂਗੇ, ਤੈਨੂੰ ਸਾਰੀ ਸੁੱਖ ਸਹੂਲਤ ਦੇਵਾਂਗਾ। ਹੁਣ ਜਿਹੜਾ ਲਾਲਚ ਹੈ, ਮਨੁੱਖ ਨੂੰ ਲਾਲਚ ਜਿਹੜਾ ਹੈ ਅੰਧਾ ਕਰ ਦਿੰਦਾ ਹੈ। ਜਦੋਂ ਮਨੁੱਖ ਦੇ ਅੰਦਰ ਲਾਲਚ ਪੈਦਾ ਹੁੰਦਾ ਨਾ, ਮਨੁੱਖ ਉਦੋਂ ਉਹ ਨਹੀਂ ਦੇਖਦਾ ਕਿ ਜਿਹੜਾ ਮੈਂ ਕੰਮ ਕਰ ਰਿਹਾ ਹਾਂ, ਜਿਸ ਧਰਮ ਵਿੱਚ ਮੈਂ ਰਹਿ ਰਿਹਾ ਹਾਂ, ਜੇ ਮੈਂ ਇਸ ਧਰਮ ਵਿੱਚ ਰਹਿ ਕੇ ਮੈਂ ਇਹ ਮਾੜਾ ਕੰਮ ਕਰਾਂਗਾ, ਮੇਰੇ ਧਰਮ ਨੂੰ ਕਲੰਕ ਲੱਗੇਗਾ, ਅਤੇ ਦੁਨੀਆ ਦੇ ਲੋਕ ਆਖਣਗੇ ਫਲਾਣਾ ਸਿੱਖ ਸੀ, ਫਲਾਣਾ ਹਿੰਦੂ ਸੀ, ਮੁਸਲਮਾਨ ਸੀ, ਉਹਨੇ ਆਹ ਮਾੜਾ ਕੰਮ ਕੀਤਾ ਏ, ਅਤੇ ਲੋਕ ਲਾਹਣਤਾਂ ਪਾਉਣਗੇ। ਉਦੋਂ ਲਾਲਚ ਬਸ ਹੋ ਕੇ ਮਨੁੱਖ ਅੰਨਾ ਹੋ ਜਾਂਦਾ, ਮਨੁੱਖ ਨੂੰ ਕੁਝ ਦਿਖਾਈ ਨਹੀਂ ਦਿੰਦਾ ਏ। ਹੁਣ ਇਹ ਵੀ ਲਾਲਚ ਹੈ, ਭਰਾ ਨੂੰ ਭਰਾ ਮਾਰਨ ਲਈ ਤਿਆਰ ਹੋ ਗਿਆ, ਸੰਸਾਰਕ ਰਾਜ ਭਾਗ ਲੈਣ ਦੇ ਲਈ ਭਰਾ ਨੂੰ ਖਤਮ ਕਰਨ ਲਈ ਉਹ ਤਿਆਰ ਹੋ ਗਿਆ। ਹੁਣ ਉਸ ਵੈਦ ਨੇ ਪੈਸੇ ਲਏ, ਮਾਇਆ ਲੈ ਕੇ ਜੇਬ 'ਚ ਪਾਈ। ਰਾਜੇ ਦੇ ਭਰਾਤਾ ਨੇ ਇੱਕ ਜ਼ਹਿਰ ਆਪ ਦੇਣਾ ਕੀਤਾ, ਕਹਿੰਦੇ ਜ਼ਖਮ ਉੱਤੇ ਜ਼ਹਿਰ ਲਾਣਾ ਕਰ, ਜ਼ਖਮ ਉੱਤੇ ਜ਼ਹਿਰ ਲਾਵੇਗਾ ਅਤੇ ਜ਼ਹਿਰ ਦਾ ਅਸਰ ਐਸਾ ਹੋਵੇਗਾ ਥੋੜ੍ਹੇ ਸਮੇਂ ਬਾਅਦ ਹੀ ਰਾਜੇ ਦੀ ਮੌਤ ਹੋ ਜਾਵੇਗੀ। ਹੁਣ ਗੁਰੂ ਸਵਾਰਿਓ, ਕਹਿੰਦੇ ਜਿਹੜਾ ਇਹ ਰਾਜਾ ਹੈ, ਇਸ ਰਾਜੇ ਨੇ ਕਦੇ ਮਹਾਂਪੁਰਖਾਂ ਦੀ ਸੰਗਤ ਨਹੀਂ ਕੀਤੀ ਸੀ, ਕਦੇ ਵੀ ਮਹਾਂਪੁਰਖਾਂ ਦੀ ਸੰਗਤ ਵਿੱਚ ਜਾ ਕੇ ਨਹੀਂ ਬੈਠਿਆ ਸੀ। ਬਿਮਾਰ ਹੋਣ ਤੋਂ ਪਹਿਲਾਂ ਇਹਦਾ ਇੱਕ ਮਿੱਤਰ ਇਹਨੂੰ ਕਿਸੇ ਮਹਾਂਪੁਰਖਾਂ ਦੀ ਸੰਗਤ ਵਿੱਚ ਲੈ ਕੇ ਚਲੇ ਗਏ, ਅਤੇ ਜਦੋਂ ਮਹਾਂਪੁਰਖਾਂ ਦੀ ਸੰਗਤ 'ਚ ਬੈਠੇ ਨੇ ਅਤੇ ਉੱਥੇ ਗੁਰੂ ਸਵਾਰੇ ਮਹਾਂਪੁਰਖਾਂ ਸੁਤੇ ਸਿੱਧ ਹੀ ਮੁੱਖੋਂ ਇਹ ਬਚਨ ਕੀਤੇ, ਇਹ ਕੂਚੈ ਕੂਚੈ ਬਹੁਤ ਘਸਾਵੈ ਪੁਨਹ ਲਗਾਵੈ ਪਾਣੀ, ਜਿਸ ਕਾਰਨ ਤੂੰ ਬਹੁਤ ਘਸਾਵੈ ਸੋਈ ਬਾਤ ਹਮ ਜਾਣੀ। ਮਹਾਂਪੁਰਖਾਂ ਸੁਤੇ ਸਿੱਧ ਹੀ ਬਚਨ ਕੀਤੇ, ਅਤੇ ਰਾਜੇ ਨੇ ਹੋਰ ਕੁਝ ਸੁਣਿਆ ਨਹੀਂ, ਪਰ ਇਹ ਬਚਨ ਮਹਾਂਪੁਰਖਾਂ ਦੇ ਯਾਦ ਕਰ ਲਏ। ਅਤੇ ਰਾਜਾ ਵਾਰ-ਵਾਰ ਆਖੇ ਕੂਚੈ ਕੂਚੈ ਬਹੁਤ ਘਸਾਵੈ ਪੁਨਹ ਲਗਾਵੈ ਪਾਣੀ, ਜਿਸ ਕਾਰਨ ਤੂੰ ਬਹੁਤ ਘਸਾਵੈ ਸੋਈ ਬਾਤ ਹਮ ਜਾਣੀ। ਕਹਿੰਦੇ ਰਾਜਾ ਵਾਰ-ਵਾਰ ਇਸ ਪੰਗਤੀ ਦਾ ਜਾਪ ਕਰਦਾ, ਮਹਾਂਪੁਰਖਾਂ ਦੇ ਬਚਨਾਂ ਨੂੰ ਯਾਦ ਕਰਦਾ। ਉੱਧਰ ਵੈਦ ਆ ਗਿਆ, ਵੈਦ ਹੁਣ ਇਹਦਾ ਇਲਾਜ ਕਰਨਾ ਸ਼ੁਰੂ ਕਰਨ ਲੱਗਿਆ। ਵੈਦ ਨੇ ਪਹਿਲਾਂ ਜਿਹੜੀ ਉਹ ਛੁਰੀ ਸੀ ਤਿੱਖੀ ਕੀਤੀ, ਛੁਰੀ ਨੂੰ ਤਿੱਖੀ ਕੀਤਾ, ਪਾਣੀ ਲਾਇਆ, ਉਹਨੂੰ ਘਸਾਰਿਆ ਪੱਥਰ ਉੱਤੇ, ਅਤੇ ਜਦੋਂ ਪੱਥਰ ਉੱਤੇ ਛੁਰੀ ਨੂੰ ਘਸਾਰਿਆ ਏ ਅਤੇ ਰਾਜੇ ਨੂੰ ਮਹਾਂਪੁਰਖਾਂ ਦੇ ਬਚਨ ਯਾਦ ਆਏ। ਕਹਿਣ ਲੱਗਿਆ ਕੂਚੈ ਕੂਚੈ ਬਹੁਤ ਘਸਾਵੈ ਪੁਨਹ ਲਗਾਵੈ ਪਾਣੀ, ਜਿਸ ਕਾਰਨ ਤੂੰ ਬਹੁਤ ਘਸਾਵੈ ਸੋਈ ਬਾਤ ਹਮ ਜਾਣੀ। ਜੋ ਰਾਜੇ ਨੇ ਮੁੱਖੋਂ ਹੀ ਆਖਿਆ, ਅਤੇ ਉਦੋਂ ਜਿਹੜਾ ਉਹ ਵੈਦ ਸੀ, ਵੈਦ ਦੇ ਮਨ 'ਚ ਡਰ ਪੈਦਾ ਹੋਇਆ। ਦੂਜੀ ਵਾਰੀ ਫਿਰ ਇਸ ਤਰ੍ਹਾਂ ਬੋਲਿਆ, ਵੈਦ ਹੋਰ ਡਰ ਗਿਆ, ਅਤੇ ਤੀਜੀ ਵਾਰ ਜਦੋਂ ਬੋਲਿਆ ਨਾ, ਅਤੇ ਰਾਜੇ ਦੇ ਅੱਗੇ ਉਸ ਵੈਦ ਨੇ ਹੱਥ ਜੋੜ ਦਿੱਤੇ, ਕਹਿਣ ਲੱਗਿਆ ਰਾਜਨ ਮੈਨੂੰ ਖਿਮਾ ਕਰਨਾ ਕਰੋ,
मैनू माफ़ करो, मेरे तो गलती हुई है बहुत बड़ी, मैनू कुछ नहीं पता। तो राजा सोचदा, कहन लग्या मैं तैनू की आखत्या, किहड़ी गलती कीती है? कहन लगा तुसी आख रहे सी कि जिस कारण तू बहुत घसावै सोई बात हम जानी। कहन लग्या ਜਿਹੜਾ भी ये तुसी मेरे मन की जाणगे कि मैं की करन लग्या हाँ, लालच बस हो के तुहाडे भराता दे मगर लग के मैं तुहानू जहर दे के ख़त्म करन लग्या सी, पर तुसी जाणगे इहदे च मेरा कोई कसूर नहीं है, सारा कसूर तुहाडे भराता दा है, मैनू खिमा करना करो। एक बचन गुरु सवर जब राजे ने ये सुनिया, सुन के हैरान हो गया, अचरज हो गया, तो सोचदा कि मना एक बचन मैं महापुरखों का सुनना कीता। एक बचन सुनन दे नाल मेरी जान बच गई। जे मैं नितापति महापुरखों की संगत करदा, गुरमुखां की संगत करदा, गुरमुखां की संगत विच बैठ के वाहिगुरू वाहिगुरू जपदा, गुरु गुरु जपदा, तो सोचदा कि मैनू पता नहीं की प्राप्त हो जाना सी, मैं की बन जाना सी। तो जोड़ा समा फिर लंघ गया, उस सम लंघे हुए समय नूं राजा कोसदा कि मेरा समा व्यर्थ चलिया गया। जोड़ा बाकी रहिंदा जिंदगी का समा सी ना, राजे ने फिर वो रब दे प्यारियां दी संगत विच बतीत कीता, प्रभु की इबादत करके बतीत कीता। तो इस तरह का गुरु सर फल हुंदा महापुरखों की संगत करना। पर महापुरख होवे जिहड़ा उस मालक नाल एकमिक होवे। ये नहीं कि अवर उपदेश है आप ना करै, आवत जावत जन्मै मर, ये नहीं गल कि लोगों को उपदेश दे दे कि भाई अमृत वेले उठो, लोगों को आखे अमृत वेले उठो, उठ के बाणी पढ़ो, सिमरन करो, पर जो अपने उठण की वारी होवे तो आप 7 बजे कशहरा भरन लभदा होवे। लोगों को आखे कि भाई नितनेम करया करो, आप कदे जपजी साहिब का पाठ भी ना कीता होवे, ते नाल शब्द लवा लिया संत शब्द, संत बाबा फलाना सिंह जी, संत बाबा फलाना सिंह नहीं। महापुरख कमाई वालियां दा सत्कार करो, जिहड़े एवें ही महापुरखों का नाम लैके अपने नाम नाल संत शब्द लवाते ने, उन्हां दा आपां ख्याल रखना कि ये देखना भी बाकी आप गुरमत दे धारनी है कि नहीं धारनी हैं। आप कमाई करो, साहिब श्री गुरु ग्रंथ साहिब महाराज की बाणी पढ़ो, बाणी नूं पढ़ो, बाणी नूं विचारो, तो गुरु ग्रंथ साहिब महाराज तो बड़ा महापुरख कोई है ही नहीं है। गुरु ग्रंथ साहिब महाराज तो बड़ा महापुरख कोई है ही नहीं है। देखो श्री गुरु ग्रंथ साहिब महाराज दे विच भगत पंजवें पातशाह धन गुरु अर्जन देव महाराज ने ਜਿਹੜੇ ਰੱਬ ਦੇ ਪਿਆਰੇ ਗੁਰਮੁਖ ਹਨ, ਸਾਧ ਸੰਤ ਜਨ ਹਨ, ਉਹਨਾਂ ਦੇ ਲੱਛਣ ਦੱਸਣਾ ਕੀਤੇ ਨੇ ਕਿ ਕਿਹੜੇ ਕਿਹੜੇ ਗੁਣ ਰੱਬ ਦੇ ਪਿਆਰਿਆਂ ਦੇ ਵਿੱਚ ਨੇ। ਸਤਿਗੁਰੂ ਜੀ ਫਰਮਾਨ ਕਰਦੇ ਨੇ, ਕਹਿੰਦੇ ਨੇ ਮੰਤਰੰ ਰਾਮ ਰਾਮ ਨਾਮੰ ਧਿਆਨੰ ਸਵਤਰ ਪੂਰਨ ਹੈ। ਪਹਿਲਾ ਗੁਣ ਕਹਿੰਦੇ ਉਹ ਰੱਬ ਦੇ ਪਿਆਰੇ ਗੁਰਮੁਖ ਜਨ राम दे नाम का मंत्र जपते ने, वाहिगुरू वाहिगुरू जपते ने, हरी हरी आखते हैं। कहते पहला गुण ये है रब दे प्यारियां दा कि वो रब दे प्यारे कि परमात्मा का नाम जपते ने ते ध्यान किहदा धारण करते हैं। आम तौर पर साडे मन सवाल हुंदा ना कि किहदा ध्यान धारण करिए, तो सतगुरु कहते ध्यान सर्वत्र पूर्ण है। सर्वत्र जिहड़ा सारियां थावां ते परिपूर्ण रमिया होया है, उस रमंती दा उस परमेश्वर दा कहते वो ध्यान धारण करते हैं। मंत्र राम राम नामं ध्यान सर्वत्र पूर्ण है। ज्ञानं सम दुख सुखं जुगत निर्मल निर्वैरण है। परमेश्वर की इबादत करके बंदगी करके वो ज्ञानवान पुरुष बन जाते हैं। ज्ञानवान पुरुष किहड़े हुंदे ने? जिहड़े सुख ते दुख विच एक सां बिरती रखते हैं। हरख सोग जाकै नहीं, बैरी मीत समान, कहो नानक सुन रे मना, ज्ञानी
ਤਾਹੇ ਬਖਾਨ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਨੇ ਉਹ ਗਿਆਨਵਾਨ ਪੁਰਸ਼ ਬਣ ਜਾਂਦੇ ਨੇ। ਸੁੱਖ ਅਤੇ ਦੁੱਖ ਵਿੱਚ ਇੱਕ ਸਾਂ ਬਿਰਤੀ। ਆਮ ਤੌਰ 'ਤੇ ਆਪਾਂ ਕੀ ਦੇਖਦੇ ਹਾਂ ਕਿ ਮਨੁੱਖ ਨੂੰ ਜਦੋਂ ਦੁੱਖ ਆਇਆ, ਦੁੱਖ ਵੇਲੇ ਫਿਰ ਮਨੁੱਖ ਰੱਬ ਨੂੰ ਉਲਾਂਭੇ ਦੇਣ ਲੱਗ ਪੈਂਦਾ, ਪਰਮਾਤਮਾ ਨੂੰ ਉਲਾਂਭੇ ਦਿੰਦਾ ਹੈ। ਪਰ ਜਦੋਂ ਸੁੱਖ ਆਉਂਦਾ ਨਾ, ਖੁਸ਼ੀਆਂ ਖੇੜੇ ਘਰ ਵਿੱਚ ਆਉਂਦੇ ਨੇ, ਅਤੇ ਉਦੋਂ ਫਿਰ ਮਨੁੱਖ ਰੱਬ ਨੂੰ ਭੁੱਲ ਜਾਂਦਾ ਹੈ। ਉਦੋਂ ਉਹ ਕੰਮ ਕਰਦਾ ਜਿਹੜੇ ਕੰਮ ਕਰਨ ਨੂੰ ਸਾਡੇ ਗੁਰੂ ਸਾਹਿਬਾਨ ਜੀ ਇਜਾਜ਼ਤ ਨਹੀਂ ਦਿੰਦੇ ਹਨ। ਸਾਡਾ ਜ਼ਮੀਰ ਇਜਾਜ਼ਤ ਦਿੰਦਾ, ਆਪਾਂ ਉਹ ਕੰਮ ਕਰਨ ਲੱਗ ਪੈਂਦੇ ਹਾਂ। ਕਿਉਂਕਿ ਸੁੱਖ ਵਿੱਚ ਐਸੇ ਵਿਦਿਆ ਰੂਪੀ ਰਾਜ ਸੋ ਜਾਂਦੇ ਨੇ, ਆਪਾਂ ਭੁੱਲ ਹੀ ਜਾਂਦੇ ਨੇ ਕਿ ਕਾਹਦੇ ਲਈ ਸਾਡਾ ਜਨਮ ਹੋਇਆ ਹੈ। ਅਤੇ ਦੂਜਾ ਗੁਣ ਹੈ ਰੱਬ ਦੇ ਪਿਆਰਿਆਂ ਦਾ ਕਿ ਗਿਆਨੰ ਸਮ ਦੁਖ ਸੁਖੰ ਜੁਗਤ ਨਿਰਮਲ ਨਿਰਵੈਰਣ ਹੈ। ਕਹਿੰਦੇ ਉਹਨੂੰ ਜੁਗਤੀ ਪ੍ਰਾਪਤ ਹੋ ਜਾਂਦੀ ਹੈ। ਉਹ ਅੰਦਰੋਂ ਵੀ ਨਿਰਮਲ ਹੁੰਦੇ ਅਤੇ ਬਾਹਰੋਂ ਵੀ ਨਿਰਮਲ ਹੁੰਦੇ ਹਨ। ਅਤੇ ਉਹਨਾਂ ਦਾ ਕਿਸੇ ਨਾਲ ਕੋਈ ਨਿਰਵੈਰਨ ਹੈ, ਬੈਰ ਨਹੀਂ ਹੁੰਦਾ ਕਿਸੇ ਨਾਲ। ਰੱਬ ਦੇ ਪਿਆਰਿਆਂ ਦਾ ਕਿਸੇ ਨਾਲ ਬੈਰ ਨਹੀਂ ਹੁੰਦਾ। ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣ ਆਈ। ਅਤੇ ਉਹ ਤਾਂ ਕਹਿੰਦੇ ਨੇ ਕਿ ਅਵਰ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਇਹ ਅਵਸਥਾ ਨਾ ਗੁਰਮੁਖਾਂ ਦੀ ਬਣ ਜਾਂਦੀ ਹੈ। ਇਸ ਤਰ੍ਹਾਂ ਆਪਣੇ ਜੀਵਨ ਨੂੰ ਬਤੀਤ ਕਰਦੇ ਹਾਂ। ਜੁਗਤ ਨਿਰਮਲ ਨਿਰਵੈਰਣ ਹੈ, ਗਿਆਨੰ ਸਮ ਸੁਖੰ ਜੁਗਤ ਨਿਰਮਲ ਨਿਰਵੈਰਣ ਹੈ, ਦਿਆਲੰ ਸਰਵਤਰ ਜੀਆ, ਪੰਜ ਦੋਖ ਵਿਵਰਜਿਤ ਹੈ। ਕਹਿੰਦੇ ਉਹ ਤੀਜਾ ਗੁਣ ਵੀ ਉਹਨਾਂ ਵਿੱਚ ਇਹ ਹੁੰਦਾ ਹੈ ਕਿ ਉਹ ਰੱਬ ਦੇ ਪਿਆਰੇ ਜਿਹੜੇ ਨੇ ਦਿਆਲੂ ਸੁਭਾਅ ਵਾਲੇ ਹੁੰਦੇ ਨੇ। ਉਹ ਦਇਆ ਕਰਦੇ ਨੇ, ਕਿਉਂਕਿ ਧਰਮ ਦਾ ਮੁੱਢ ਹੀ ਦਇਆ ਹੈ। ਕਵੀ ਤੁਲਸੀਦਾਸ ਜੀ ਲਿਖਦੇ ਨੇ, ਕਹਿੰਦੇ ਦਇਆ ਧਰਮ ਕਾ ਮੂਲ ਹੈ, ਪਾਪ ਮੂਲ ਅਭਿਮਾਨ, ਤੁਲਸੀ ਦਇਆ ਨਾ ਛੋਡੀ ਹੈ, ਜਬ ਲਗ ਘਟ ਮਹਿ ਪ੍ਰਾਣ। ਕਿ ਜੋ ਤੱਕ ਤੇਰੇ ਘਟ ਹਿਰਦੇ ਵਿੱਚ ਪ੍ਰਾਣ ਨੇ, ਉਦੋਂ ਤੱਕ ਦਇਆ ਨਹੀਂ ਛੱਡਣੀ ਹੈ। ਜਿਸ ਧਰਮ ਦੇ ਵਿੱਚ ਦਇਆ ਨਹੀਂ ਹੈ, ਉਹ ਧਰਮ ਕਦੇ ਕਾਮਯਾਬ ਨਹੀਂ ਹੋ ਸਕਦਾ ਹੈ। ਜਦੋਂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਖਾਲਸੇ ਪੰਥ ਦੀ ਸਿਰਜਣਾ ਕੀਤੀ ਨਾ, ਸਿਰਜਣਾ ਕਰਨ ਵੇਲੇ ਸਤਿਗੁਰੂ ਨੇ ਸਿਰਾਂ ਦੀ ਮੰਗ ਕੀਤੀ ਹੈ। 5 ਸਿਰ ਮੰਗੇ ਨੇ। ਜੋ ਸਭ ਤੋਂ ਪਹਿਲਾਂ ਦਇਆ ਰਾਮ ਲਾਹੌਰ ਦੇ ਰਹਿਣ ਵਾਲੇ ਖੱਤਰੀ ਜਾਤੀ ਨਾਲ ਸੰਬੰਧਿਤ ਸੀ। ਦਇਆ ਰਾਮ ਜੀ ਆਏ ਨੇ, ਉੱਠੇ ਨੇ, ਸਤਿਗੁਰੂ ਮੇਰਾ ਸੀਸ ਹਾਜ਼ਰ ਹੈ। ਪਾਤਸ਼ਾਹ ਕਹਿਣ ਲੱਗੇ ਤੇਰਾ ਨਾਮ ਕੀ ਹੈ? ਕਹਿਣ ਲੱਗਿਆ ਪਾਤਸ਼ਾਹ ਦਇਆ ਰਾਮ। ਸਤਿਗੁਰੂ ਕਹਿਣ ਲੱਗੇ ਬਸ ਧਰਮ ਲਈ ਦਇਆ ਦੀ ਹੀ ਲੋੜ ਸੀ। ਜੇ ਧਰਮ 'ਚ ਦਇਆ ਹੈ ਤੇ ਧਰਮ ਫਿਰ ਉਹ ਕਾਮਯਾਬ ਹੈ। ਦਇਆ ਰਾਮ ਤੋਂ ਦਇਆ ਸਿੰਘ ਬਣਾ ਦਿੱਤਾ, ਖੰਡੇ ਬਾਟੇ ਦੀ ਦਾਤ ਦੇ ਕੇ। ਸੋ ਗੁਰੂ ਸਵਾਰਿਓ, ਦਇਆ ਜਿਹੜਾ ਹੈ ਇਹ ਧਰਮ ਦਾ ਮੁੱਢ ਹੈ। ਅਤੇ ਰੱਬ ਦੇ ਪਿਆਰੇ ਦਿਆਲੂ ਸੁਭਾਅ ਵਾਲੇ ਹੁੰਦੇ ਨੇ। ਦਿਆਲੰ ਸਰਵਤਰ ਜੀਆ, ਪੰਜ ਦੋਖ ਵਿਵਰਜਿਤ ਹੈ। ਕਹਿੰਦੇ ਨੇ ਉਹ ਸਾਰੇ ਜੀਵਾਂ ਉੱਤੇ ਦਇਆ ਕਰਦੇ ਹਨ। ਸਾਰੇ ਜੀਵਾਂ ਉੱਤੇ ਉਹਨਾਂ ਦਇਆ ਕਰਨੀ, ਲੁਕਾਈ ਦਾ ਭਲਾ ਕਰਨਾ, ਅਤੇ ਪੰਜਾਂ ਤੋਂ ਉਹ ਰਹਿਤ ਹੁੰਦੇ ਨੇ। ਜਿਹੜੇ ਪੰਜ ਨੇ, ਪੰਜ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਸ਼ਬਦ, ਸਪਰਸ਼, ਰੂਪ, ਰਸ, ਗੰਧ, ਇਹਨਾਂ ਉੱਤੇ ਉਹਨਾਂ ਦਾ ਕੰਟਰੋਲ ਹੁੰਦਾ, ਖਤਮ ਨਹੀਂ ਹੁੰਦੇ। ਇਹ ਸੱਚ ਹੈ, ਕੋਈ ਵੀ ਇਹਨੂੰ ਮੁਕਾ ਨਹੀਂ ਸਕਦਾ। ਇਹ ਤੋਂ ਬਿਨਾਂ ਜ਼ਿੰਦਗੀ ਦਾ ਨਿਰਵਾਹ ਹੈ ਹੀ ਨਹੀਂ ਹੈ। ਹਾਂ, ਉਹਨਾਂ ਨੂੰ ਕੰਟਰੋਲ ਵਿੱਚ ਉਹ ਰੱਬ ਦੇ ਪਿਆਰੇ ਕਰਨਾ, ਕਿਸ ਤਰੀਕੇ ਨਾਲ ਚਲਾਉਣਾ, ਕੰਟਰੋਲ ਵਿੱਚ ਰੱਖਦੇ ਨੇ। ਅਤੇ ਸਤਿਗੁਰੂ ਕਹਿੰਦੇ ਇਹਨਾਂ ਤੋਂ ਉਹ ਰਹਿਤ ਰੱਬ ਦਾ ਪਿਆਰਾ। ਅਗਲਾ ਬਚਨ ਕਰਦੇ ਨੇ, ਕਹਿੰਦੇ ਨੇ ਉਪਦੇਸੰ ਸਮ ਮਿੱਤਰ ਸੱਤਰ ਹੈ, ਭਗਵੰਤ ਭਗਤ ਭਾਵਨੀ। ਕਹਿੰਦੇ ਫਿਰ ਉਪਦੇਸ਼ ਦਿੰਦੇ ਨੇ, ਉਹ ਨਹੀਂ ਦੇਖਦੇ ਕਿ ਇਹ ਦੁਸ਼ਮਣ ਹੈ, ਇਹ ਮਿੱਤਰ ਹੈ। ਮਿੱਤਰਾਂ ਨੂੰ ਆਪਾਂ ਉਪਦੇਸ਼ ਦੇਣਾ, ਦੁਸ਼ਮਣਾਂ ਨੂੰ ਨਹੀਂ ਦੇਣਾ। ਕਹਿੰਦੇ ਨਹੀਂ, ਚਾਹੇ ਦੁਸ਼ਮਣ ਹੋਵੇ ਚਾਹੇ ਮਿੱਤਰ, ਉਹ ਸਾਂਝਾ ਉਪਦੇਸ਼ ਦਿੰਦੇ ਨੇ। ਕਿਉਂ ਖੱਤਰੀ ਬ੍ਰਾਹਮਣ ਸੂਦ ਵੈਸ, ਉਪਦੇਸ਼ ਚੌਹ ਵਰਨਾ ਕੋ ਸਾਂਝਾ, ਗੁਰਮੁਖ ਨਾਮ ਜਪੈ ਉਧਰੈ, ਸੋ ਕਲ ਮੈਂ ਘਟ ਘਟ ਨਾਨਕ ਮਾਝਾ। ਗੁਰੂ ਨਾਨਕ ਦੇ ਘਰ ਦਾ ਤਾਂ ਸਾਰਿਆਂ ਨੂੰ ਸਾਂਝਾ ਉਪਦੇਸ਼ ਹੈ ਨਾ।
कोई भी होवे, किसी जाति ना किसी मजहब नाल संबंधित होवे, हिंदू होवे, मुसलमान, सिख होवे, ईसाई होवे, किसी भी जाति मजहब नाल संबंधित वरण वंड विच होवे, ते गुरु नानक दे घर विच मनुख एक इंसान है। इंसानियत के नाते सारिਆਂ ਨੂੰ ਸਾਂਝਾ ਉਪਦੇਸ਼ ਦਿੱਤਾ ਜਾਂਦਾ है। देखो ਆਪਾਂ हरमंदिर साहब जाते हैं, साडा केंद्रीय स्थान है हरमंदिर साहब, इंज कह लीए सिखां दा हिरदा हरमंदिर साहिब। हरमंदिर साहब जो धन गुरु अर्जन देव महाराज ने पीर साईं मियाँ मीर जी नूं मीर जी पासों नींव रखा के इसकी उसारी शुरुआत की है, तो पातशाह ने 4 दरवाजे रखे ने। पातशाह जी ने 4 दरवाजे रखे। 4 दरवाजे रखने का कारण की सी? क्योंकि गुरु नानक दे घर जिहड़ा है वो चारे वर्णा दे लोकां लई खुले ने। कोई भी गुरु नानक दे घर चल के आ जावे, किसी लिए दरवाजा बंद नहीं हो, चाहे उत्तर वाले पासे तो आवे, चाहे वह दक्षिण वाले पासे च आवे, चाहे पूर्व वाले पश्चिम वाले पासे तो आण, तो कोई भी मजहब नाल संबंधित होवे तो सारिਆਂ ਨੂੰ ਸਾਂਝਾ उपदेश दिता जाता है। ये है खत्तरी ब्राह्मण सूद वैस उपदेश चौं वर्णा को साझा, गुरमुख नाम जपै उधरै सो कल मैं घट घट नानक माझा। ये है गुरु नानक दे घर का उपदेश। तो गुरु सवारिओ ते सतगुरु कहते ने, फिर अगला जिहड़ा वचन करते ने, कहते ने गुरमुख जन कहते उपदेशं सामित्र सत्र है, भगवंत भगत भावनी। मित्रां नूं भी शत्रुआं ने इक्को जिहा उपदेश देने वाले, तो उन्होंने हिरदे अंदर प्रेमा भगती हुंदी है। प्रेमा भगवंत दी कहते, भगवंत का अर्थ है परमेश्वर, भावना रख के कहते परमेश्वर की वो इबादत करते हैं, भगती करते हैं। तो अगला वचन करते हैं, कहते ने पर निंदा नह स्रोत श्रवण, आप त्याग सगल रेण कह। रब दे प्यारे गुरमुख जन ना किसी की निंदिया करते हैं, ना किसी की निंदिया सुनते हैं। हाँ, उदों उल्ट जे रब दे प्यारिਆਂ की कोई निंदिया करे ना, तो रब दे प्यारे अपनी निंदिया जो हुंदी उन्हां दी ते ओह खुश हुंदे ने। भगत कबीर साहबान जी कहते ने, निंदो निंदो मोको लोग निंदो, निंदा जन को खरी प्यारी, निंदा बाप निंदा महतारी। तो इसे प्रकार ही धन गुरु रामदास पातशाह महाराज नूं सतगुरु सवाल कर लिया, कहन लगे पातशाह जी ये कृपा करके दसो, जो रब दे प्यारे गुरमुख जन जिहड़े हरि दे प्यारे होण, भगत जां हरि जन, हरि दे जन प्यारे कह दईए, कहंदे उन्हां दी कोई निंदिया करे, उन्हां दी कोई निंदिया करे कि वो अपने सुभाਅ नूं त्याग दिंदे ने, कि वो परमात्मा के गुणां दा गैन करना छड्ड दिंदे हन। ते गुरु साहिबान जी कहते नहीं भाई, उन्हां दा मुੱਢ कदीमा तो ये सुभाਅ बन चुका हुंदा है कि परमात्मा की इबादत करनी, तो अपना सुभाਅ कदे नहीं त्यागदे। धन गुरु रामदास पातशाह के बचन बैराड़ी राग दे विच, हर जन राम नाम गुण गावै, जे कोई निंद करे हर जन की, अपना गुण ना गवावै। उन्हां दा मुंड कदीमा का काम यही है। अमृत वेले तो लैके संध्या तक, सौण तक उन्हां दा काम यही है कि राम दे गुणां दा गायन करना, परमेश्वर की वडियाई करनी। चाहे कोई निंदिया करदा रहे ना, तां भी वो अपना सुभाਅ नहीं त्यागदे, वो परोपकारी करते हैं, तो पराए का भी भला लोचते हैं, हर एक दी वो भला ही लोचते हैं। इहो जिहा गुरमुखां दा जीवन हुंदा है। तो पातशाह कहते पर निंदा नह स्रोत श्रवण, अपने कन्नां दे राही कहते वो पराई निंदिया नहीं सुनते। आप त्याग सगल रेणक, अपना आप त्यागते हैं, क्योंकि जो तक आप
ਆਪਣੇ ਆਪ ਨੂੰ ਨਹੀਂ ਮਾਰਦੇ, ਉਦੋਂ ਤੱਕ ਮੈਂ ਨਹੀਂ ਮਾਰਦੇ, ਉਦੋਂ ਤੱਕ ਸਾਨੂੰ ਰੱਬ ਦੀ ਪ੍ਰਾਪਤੀ ਨਹੀਂ ਹੋ ਸਕਦੀ ਹੈ। ਜਦੋਂ ਕਬੀਰ ਜੀ ਨੂੰ ਪ੍ਰਾਪਤੀ ਹੋ ਗਈ, ਤੇ ਕਬੀਰ ਜੀ ਕਹਿੰਦੇ ਨੇ, ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਜਦੋਂ ਰਵਿਦਾਸ ਸਾਹਿਬਾਨ ਜੀ ਨੂੰ ਪ੍ਰਾਪਤੀ ਹੋਈ, ਰਵਿਦਾਸ ਸਾਹਿਬਾਨ ਜੀ ਕਹਿਣ ਲੱਗੇ, ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ, ਅਨਲ ਅਗਮ ਜੈਸੇ ਲਹਿਰ ਮੈਂ ਓਦਦ, ਜਲ ਕੇਵਲ ਜਲ ਮਾਹੀ। ਭਾਵ ਜਦੋਂ ਕਿਸੇ ਰੱਬ ਦੇ ਪਿਆਰੇ ਨੇ ਪ੍ਰਮਾਤਮਾ ਦੀ ਇਬਾਦਤ ਕੀਤੀ, ਮੰਜ਼ਿਲ ਤੱਕ ਪਹੁੰਚੇ ਨੇ, ਉਹਨਾਂ ਨੇ ਪਹਿਲਾਂ ਆਪਣੀ ਮੈਂ ਮਕਾਣਾ ਕੀਤੀ ਹੈ। ਮੈਂ ਆਪਣੀ ਮੈਂ ਮੁਕਾਈ, ਜਦੋਂ ਮੈਂ ਮੁੱਕ ਗਈ ਤੇ ਉਦੋਂ ਰੱਬ ਮਿਲ ਗਿਆ। ਤੇ ਸਾਡੇ ਵਿੱਚ ਇਹ ਮੈਂ ਹੀ ਖਲੋਤੀ ਅਸਲ ਵਿੱਚ। ਜਿੰਜ ਕਹਿ ਲਈਏ ਸਾਡੇ ਅੰਦਰ ਇੱਕ ਕੂੜ ਦੀ ਕੰਧ ਖਲੋਤੀ ਹੋਈ ਹੈ, ਝੂਠ ਦੀ ਕੰਧ। ਜਦੋਂ ਤੱਕ ਉਹ ਕੰਧ ਨਹੀਂ ਢਹਿੰਦੀ ਤੇ ਉਦੋਂ ਤੱਕ ਸਾਨੂੰ ਰੱਬ ਦੀ ਪ੍ਰਾਪਤੀ ਨਹੀਂ ਹੋ ਸਕਦੀ ਹੈ। ਰੱਬ ਕਿਤੇ ਬਾਹਰ ਨਹੀਂ ਹੈ, ਰੱਬ ਸਾਡੇ ਅੰਦਰ ਹੀ ਹੈ, ਸਾਰੀਆਂ ਥਾਵਾਂ 'ਤੇ ਹਾਜ਼ਰ ਨਾਜ਼ਰ ਹੈ। ਜਿਸ ਥਾਂ 'ਤੇ ਜੀਵ ਬੈਠਾ, ਜੀਵ ਦਾ ਵਾਸਾ ਕਿੱਥੇ ਹੈ? ਇਸ ਸਰੀਰ ਵਿੱਚ। ਸਰੀਰ 'ਚ ਅੰਤःਕਰਨ, ਅੰਤःਕਰਨ ਵਿੱਚ ਰੱਬ ਦਾ ਵਾਸਾ, ਅਤੇ ਅੰਤःਕਰਨ ਦੇ ਵਿੱਚ ਹੀ ਪਰਮੇਸ਼ਰ ਦਾ ਵਾਸਾ ਹੈ। ਪਰ ਬੈਠੇ ਬਿਲਕੁਲ ਕੋਲ ਨੇ, ਪਰ ਜੀਵ ਨੂੰ ਕੋਲ ਬੈਠਾ ਹੋਇਆ ਮਾਲਕ ਵਾਹਿਗੁਰੂ ਦਿਖਾਈ ਨਹੀਂ ਦੇ ਰਿਹਾ। ਕਿਉਂ ਨਹੀਂ ਦਿਖਾਈ ਦੇ ਰਿਹਾ? ਕਿਉਂਕਿ ਵਿਚਕਾਰ ਕੂੜ ਦੀ ਕੰਧ ਹੈ, ਝੂਠ ਦੀ ਕੰਧ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਪੁੱਛਿਆ, ਸਿੱਧ ਪੁਰਸ਼ ਪੁੱਛਦੇ ਨੇ, ਕਹਿੰਦੇ ਫਿਰ ਜੇ ਰੱਬ ਅੰਦਰ ਹੈ, ਤੁਸੀਂ ਕਹਿੰਦੇ ਇਹ ਝੂਠ ਦੀ ਕੰਧ, ਕੂੜ ਦੀ ਕੰਧ ਅੰਦਰ ਖਲੋਤੇ, ਇਹ ਕੰਧ ਕਿਵੇਂ ਟੁੱਟੇਗੀ? ਤੇ ਗੁਰੂ ਨਾਨਕ ਪਾਤਸ਼ਾਹ ਜਪਜੀ ਸਾਹਿਬ ਦੀ ਪਾਵਨ ਬਾਣੀ 'ਚ ਸਿੱਧ ਪੁਰਸ਼ਾਂ ਨੂੰ ਉੱਤਰ ਦਿੰਦੇ ਨੇ, ਕਹਿੰਦੇ ਨੇ, ਕਿਵ ਸੱਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ, ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਕਹਿੰਦੇ ਸਤਿਗੁਰੂ ਮਹਾਰਾਜ ਬਚਨ ਕਰਦੇ ਹਨ, ਕਹਿੰਦੇ ਜਦੋਂ ਉਸ ਮਾਲਕ ਦੀ ਹੁਕਮ ਵਿੱਚ ਚੱਲਾਂਗੇ, ਰਜਾ ਵਿੱਚ ਚੱਲਾਂਗੇ, ਤੇ ਆਪਣੇ ਆਪ ਹੀ ਫਿਰ ਕੂੜ ਦੀ ਕੰਧ ਜਿਹੜੀ ਹੈ ਇਹ ਟੁੱਟ ਜਾਵੇਗੀ। ਜਦੋਂ ਭਰਮ ਦਾ ਪਰਦਾ ਚੁੱਕਿਆ ਗਿਆ, ਫਿਰ ਜਿਸ ਰੱਬ ਨੂੰ ਥਾਵਾਂ ਥਾਵਾਂ 'ਤੇ ਲੱਭਦੇ ਫਿਰਦੇ ਨੇ ਨਾ, ਅਸਲ ਦੇ ਵਿੱਚ ਫਿਰ ਉਹ ਰੱਬ ਸਾਨੂੰ ਘਰ ਬੈਠਿਆਂ ਹੀ ਪ੍ਰਾਪਤ ਹੋ ਜਾਵੇਗਾ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਬਚਨ ਕਰਦੇ ਹਨ, ਕਹਿੰਦੇ ਨੇ, ਪਰ ਨਿੰਦਾ ਨਹਿ ਸਰੋਤ ਸਰਬਣੰ, ਆਪ ਤਿਆਗ ਸਗਲ ਰੇਣ ਕਹੈ, ਖਟ ਲਖਣ ਪੂਰਨ ਪੁਰਖ ਹੈ, ਨਾਨਕ ਨਾਮ ਸਾਧ ਸਵਜਣੈ। ਰੱਬ ਦੇ ਪਿਆਰੇ ਸੰਤ ਜਨਾਂ ਦੀ, ਮਹਾਂਪੁਰਖਾਂ ਦੀ ਪਰਿਭਾਸ਼ਾ ਦੱਸੀ ਹੈ। ਕਹਿੰਦੇ ਜਿਹਦੇ 'ਚ ਇਹ 6 ਗੁਣ ਜੋ ਆਪ ਜੀ ਨੇ ਸਰਵਣ ਕੀਤੇ ਨੇ ਪਾਵਨ ਬਾਣੀ ਵਿੱਚ, ਖੱਟ ਦਾ 6 ਗੁਣ ਪੈਦਾ ਹੋ ਗਏ। ਕਹਿੰਦੇ ਅਸਲ ਵਿੱਚ ਉਹ ਪੂਰਨ ਪੁਰਖ ਹੈ, ਅਤੇ ਕਹਿੰਦੇ ਅਸਲ ਵਿੱਚ ਉਸੇ ਨੂੰ ਹੀ ਸਾਧ ਸਵਜਣਾ, ਸਾਧ ਆਖਿਆ ਜਾਂਦਾ ਹੈ, ਉਹਨੂੰ ਹੀ ਸੰਤ ਮਹਾਂਪੁਰਖ ਆਖਿਆ ਜਾਂਦਾ ਹੈ। ਉਹ ਕਮਾਈ ਵਾਲੇ ਹੁੰਦੇ ਹਨ। ਇਹੋ ਜਿਹੇ ਗੁਰਮੁਖਾਂ ਦੀ ਸੰਗਤ 'ਚ ਪੈਣ ਦੇ ਨਾਲ ਕਹਿੰਦੇ ਸੰਤਨ ਕੀ ਸਰਨਾਈ ਪੜਿਆ। ਜਿਹੜੇ ਰੱਬ ਦੇ ਪਿਆਰੇ ਸੰਤ ਜਨ ਹੈ, ਪ੍ਰਮਾਤਮਾ ਤੇਰੇ ਸੰਤ ਜਨ ਹਨ ਜਿਹੜੇ, ਉਹਨਾਂ ਦੀ ਮੈਂ ਸ਼ਰਨਾਈ ਪੜਿਆ, ਸ਼ਰਨ ਵਿੱਚ ਪੜੇ ਪਿਆ ਹਾਂ। ਜੀਓ ਪ੍ਰਾਣ ਤਨ ਆਗੈ ਧਰਿਆ। ਇੱਥੋਂ ਤੱਕ ਜਿਹੜਾ ਆਪਣਾ ਜੀਓ, ਜਿੰਦ, ਆਤਮਾ, ਪ੍ਰਾਣ, ਧਨ ਇਤਿਆਦਿ ਜਿੰਨੀ ਮੇਰੀ ਪ੍ਰੋਪਰਟੀ ਹੈ, ਜੋ ਕੁਝ ਵੀ ਹੈ, ਸਭ ਕੁਝ ਮੈਂ ਉਸ ਰੱਬ ਦੇ ਪਿਆਰਿਆਂ ਦੇ ਅੱਗੇ ਧਰ ਦਿੱਤਾ। ਸੇਵਾ ਸੁਰਤ ਨਾ ਜਾਣਾ ਕਾਈ, ਤੁਮ ਕਰੋ ਦਇਆ ਕਿਰ ਮਾਇਣਾ। ਮਾਲਕ ਜੀ, ਮੈਨੂੰ ਨਾ ਸੇਵਾ ਕਰਨੀ ਆਉਂਦੀ ਹੈ। ਦੇਖੋ ਕਿੰਨੀ ਨਿਮਰਤਾ ਪਾਤਸ਼ਾਹ ਦੇ ਮਨ ਵਿੱਚ। ਨਾ ਮੈਨੂੰ ਸੇਵਾ ਕਰਨੀ ਆਉਂਦੀ ਹੈ। ਜਦੋਂ ਮੈਂ ਸ਼ਬਦ ਦਾ ਅਭਿਆਸ ਕਰਦਾ ਹਾਂ, ਵਾਹਿਗੁਰੂ ਵਾਹਿਗੁਰੂ ਜਪਦਾ, ਮੂਲ ਮੰਤਰ ਦਾ ਅਭਿਆਸ ਕਰਦਾ ਹਾਂ, ਅਤੇ ਉਦੋਂ ਮੈਨੂੰ ਸੁਰਤੀ ਟਿਕਾਉਣੀ ਨਹੀਂ ਆਉਂਦੀ ਹੈ। ਸਾਡੀ ਸਾਰਿਆਂ ਦੀ ਹਾਲਤ ਇਹੀ ਹੈ। ਬਹੁਤ ਤਾਦਾਦ ਵਿੱਚ 99% ਸਾਡੀ ਹਾਲਤ ਇਹ ਹੈ
कि आपां गुटका साहिब हत्थ विच पकड़िया हुंदा है, सुरती करके आपां बाहर गुरु सिर उडारीआं मारदे फिरदे हुंदे आ। जो तक शब्द ते सुरती का समेल नहीं हुंदा उदों तक साडे उत्ते मालक की बख्शिश नहीं हो सकती है। ਇਹਦਾ मतलब ਇਹ नहीं कि ਆਪਾਂ ਛੱਡ देना पढ़नी बाणी पढ़ छड्डनी। कई बार ऐसा ਹੁੰਦਾ है कि ਜਦੋਂ ਸਾਡਾ ਮਨ ਨਾ ਟਿਕੇ, ਮਨ ਇੱਧਰ ਉੱਧਰ ਦੌੜਦਾ ਤੇ ਕਈ ਫਿਰ ਬਾਣੀ ਪੜ੍ਹਨੀ ਛੱਡ ਕੇ ਫਿਰ ਕੀ ਫਾਇਦਾ ਕਰਨ ਦਾ ਜਦੋਂ ਮਨ ਹੀ ਨਹੀਂ ਲੱਗਦਾ। ਮਨ ਲੱਗੇ ਚਾਹੇ ਨਾ ਲੱਗੇ ਵੱਖਰੀ ਗੱਲ, ਵੱਖਰਾ ਵਿਸ਼ਾ ਹੈ। ਕੋਸ਼ਿਸ਼ ਕਰਨੀ ਆਪ ਅਭਿਆਸ ਕਰਨਾ ਹੈ। ਆਪਾਂ ਇਹ ਗੱਲ ਯਾਦ ਰੱਖਣੀ ਹੈ ਕਿ ਸਾਡੇ ਗੁਰੂ ਦਾ ਹੁਕਮ ਹੈ ਬਾਣੀ ਪੜ੍ਹਨੀ ਹੈ, ਸਾਡੇ ਗੁਰੂ ਦਾ ਹੁਕਮ ਹੈ ਸਿਮਰਨ ਕਰਨਾ। ਮੈਂ ਆਪਣੇ ਗੁਰੂ ਦੇ ਹੁਕਮ ਨੂੰ ਕਮਾ ਰਿਹਾ ਹਾਂ। ਮਨ ਲੱਗੇ ਚਾਹੇ ਉਹ ਮੇਰੇ ਗੁਰੂ ਨੂੰ ਆਪੇ ਫਿਕਰ ਹੈ। ਜਦੋਂ ਆਪਾਂ ਇੰਝ ਬੇਨਤੀ ਕਰਾਂਗੇ ਤਾਂ ਗੁਰੂ ਸਾਹਿਬਾਨ ਨੇ ਫਿਰ ਮਨ ਵੀ ਲਾ ਦੇਣਾ, ਫਿਰ ਮਨ ਵੀ ਕੇਂਦਰਿਤ ਹੋ ਜਾਣਾ। ਅਤੇ ਗੱਲ ਤਾਂ ਗੁਰੂ ਦੇ ਬਚਨਾਂ ਨੂੰ ਕਮਾਉਣ ਦੀ ਹੈ। ਜੇ ਗੁਰੂ ਦੇ ਬਚਨਾਂ ਨੂੰ ਕਮਾਉਂਦੇ ਜਾਵਾਂਗੇ ਤਾਂ ਸਤਿਗੁਰੂ ਆਪੇ ਬਖਸ਼ਿਸ਼ ਕਰ ਦੇਣੀ ਹੈ। ਅਤੇ ਸੁਰਤੀ ਨੂੰ ਕੇਂਦਰਿਤ ਕਰਨ ਦਾ ਪਹਿਲਾਂ ਵੀ ਦਾਸ ਨੇ ਕਈ ਵਾਰੀ ਬੇਨਤੀ ਕੀਤੀ ਹੈ। ਇੱਕੋ ਇੱਕ ਤਰੀਕਾ ਸੁਰਤੀ ਨੂੰ ਕੇਂਦਰਿਤ ਕਰਨ ਦਾ। ਸਾਡਾ ਜਿਹੜਾ ਮਨ ਹੈ ਤਿੰਨ ਹਿੱਸਿਆਂ, ਤਿੰਨ ਥਾਵਾਂ ਤੋਂ ਬਾਹਰ ਨਿਕਲਦਾ। ਪਹਿਲੇ ਸਾਡੇ ਨੇਤਰ ਨੇ, ਨੇਤਰਾਂ ਰਾਹੀਂ ਆਪਾਂ ਸਾਰੇ ਸੰਸਾਰ ਨੂੰ ਦੇਖਦੇ ਹਾਂ। ਨੇਤਰਾਂ ਰਾਹੀਂ ਬਾਹਰ ਨਿਕਲਣ ਦਾ ਮਨ ਸਾਡਾ। ਦੂਜੇ ਸਾਡੇ ਕੰਨ ਨੇ, ਤੀਜੀ ਸਾਡੀ ਜ਼ੁਬਾਨ ਹੈ ਰਸਨਾ। ਇਹ ਤਿੰਨ ਮਾਰਗ ਨੇ ਮਨ ਨੂੰ ਬਾਹਰ ਨਿਕਲਣ ਦੇ। ਜਦੋਂ ਆਮ ਤੌਰ 'ਤੇ ਰੱਬ ਦੇ ਪਿਆਰੇ ਬੰਦਗੀ ਕਰਦੇ ਨੇ ਨਾ, ਨੇਤਰ ਬੰਦ ਕਰਨ ਲਈ ਕਿਉਂ ਆਖਿਆ ਜਾਂਦਾ? ਤਾਂ ਕਿ ਜਿਹੜਾ ਤੁਹਾਡਾ ਨੇਤਰ ਇੱਧਰ ਉੱਧਰ ਨਾ ਜਾਣ, ਤੁਸੀਂ ਆਪਣੇ ਨੇਤਰ ਬੰਦ ਕਰਕੇ ਬੈਠ ਜਾਵੋ। ਨੇਤਰ ਬੰਦ ਕਰ ਲਏ ਅਤੇ ਮੁੱਖ ਜ਼ਬਾਨ ਦੇ ਰਾਹੀਂ ਬਾਣੀ ਪੜ੍ਹ ਰਹੇ, ਸਿਮਰਨ ਕਰ ਰਹੇ ਹਾਂ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਫਿਰ ਇਹ ਜਿਹੜੀ ਧੁਨੀ ਹੈ ਵਾਹਿਗੁਰੂ ਧੁਨੀ ਹੈ, ਇਸ ਧੁਨੀ ਨੂੰ ਆਪਾਂ ਕੰਨਾਂ ਦੇ ਰਾਹੀਂ ਸੁਣਨਾ ਹੈ। ਧੀਮੀ ਆਵਾਜ਼ ਬੋਲਣਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਫਿਰ ਇਹ ਜਿਹੜੀ ਧੁਨੀ ਹੈ ਨਾ, ਇਹਨੂੰ ਕੰਨਾਂ ਦੇ ਰਾਹੀਂ ਸੁਣਨਾ ਹੈ। ਜਦੋਂ ਕੰਨਾਂ ਦੇ ਰਾਹੀਂ ਸੁਣਨ ਲੱਗ ਜਾਵਾਂਗੇ, ਨੇਤਰ ਬੰਦ ਕਰਕੇ ਅੰਦਰ ਧਿਆਨ, ਆਤਮਿਕ ਧਿਆਨ ਧਾਰਨ ਕਰਾਂਗੇ, ਅਤੇ ਹੌਲੀ ਹੌਲੀ ਸਾਡਾ ਖਿੰਡਿਆ ਹੋਇਆ ਮਨ ਜਿਹੜਾ ਨਾ, ਮਨ ਬਾਹਰ ਨੂੰ ਭੱਜਣ ਦੀ ਕੋਸ਼ਿਸ਼ ਕਰਦਾ ਹੈ। ਇਹ ਨਹੀਂ ਕਿ ਆਪਾਂ 10 ਦਿਨ 15 20 ਦਿਨ ਕਰ, ਨਹੀਂ, ਅਭਿਆਸ ਕਰਨਾ ਪੈਂਦਾ ਗੁਰੂ ਸਵਾਰਿਓ। ਜਦੋਂ ਆਪਾਂ ਫਿਰ ਇਸ ਤਰ੍ਹਾਂ ਨੇਤਾ ਪ੍ਰਤੀ ਇਹ ਅਭਿਆਸ ਕਰਾਂਗੇ, ਮਨ ਬਾਹਰ ਨੂੰ ਭੱਜਣ ਦੀ ਕੋਸ਼ਿਸ਼ ਕਰੇਗਾ, ਪਰ ਜਦੋਂ ਕੰਨਾਂ ਰਾਹੀਂ ਸੁਣਦੇ ਹੋਣਗੇ ਮਨ ਫਿਰ ਵਾਪਸ ਮੁੜ ਕੇ ਬੈਠ ਜਾਵੇਗਾ। ਨੇਤਰ ਬੰਦ, ਨੇਤਰਾਂ ਵੱਲੋਂ ਵੀ ਨਹੀਂ ਆਵੇਗਾ। ਰਸਨਾ ਨਾਲ ਜਪ ਰਹੇ ਹਾਂ ਅਤੇ ਹੌਲੀ ਹੌਲੀ ਇਹੀ ਮਨ ਫਿਰ ਟਿਕਾ ਵਿੱਚ ਬੈਠ ਜਾਵੇਗਾ ਕਿ ਨਹੀਂ, ਇੱਥੇ ਹੁਣ ਮੇਰਾ ਜ਼ੋਰ ਨਹੀਂ ਚੱਲਣਾ। ਉੱਥੇ ਫਿਰ ਮਨ, ਫਿਰ ਕਹਿੰਦੇ ਫਿਰ ਮਨ ਵਸ ਆਵੈ ਨਾਨਕਾ, ਜੇ ਪੂਰਨ ਕਿਰਪਾ ਹੋਏ। ਪਰ ਹੈ ਉਹਦੀ ਕਿਰਪਾ ਨਾਲ ਸਭ ਕੁਝ ਹੋਣਾ ਹੈ। ਅਤੇ ਸਤਿਗੁਰੂ ਮਹਾਰਾਜ ਬਚਨ ਕਰਦੇ, ਕਹਿੰਦੇ ਨਾ ਪਰਮਾਤਮਾ ਮੈਨੂੰ ਸੇਵਾ ਕਰਨੀ ਆਉਂਦੀ ਹੈ, ਨਾ ਮੈਨੂੰ ਸੁਰਤੀ ਟਿਕਾਣੀ ਆਉਂਦੀ, ਮੈਂ ਸੁਰਤੀ ਬਾਕੂ ਨਹੀਂ ਜਾਣਦਾ। ਤੁਮ ਕਰੋ ਦਇਆ ਕਿਰਮਾਇਣਾ। ਕਿਰਮਾਇਣਾ ਕਿੰਨੀ ਨਿਮਰਤਾ। ਕਿਰਮਾਇਣ ਦਾ ਭਾਵ ਹੈ ਕੀੜਾ। ਇੱਕ ਹੁੰਦਾ ਹੈ ਕੀੜਾ, ਇੱਕ ਹੁੰਦਾ ਹੈ ਕਿਰਮ। ਆਪਾਂ ਰੋਜ਼ਾਨਾ ਪੜ੍ਹਦੇ ਨਾ ਸਤਿਗੁਰੂ ਗੁਰੂ ਰਾਮਦਾਸ ਪਾਸੇ ਬਚਨ ਕਿ ਹਮ ਕੀਰੇ ਕਿਰਮ ਸਤਿਗੁਰ ਸਰਨਾਈ, ਕਰ ਦਇਆ ਨਾਮ ਪਰਗਾਸ, ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪਰਗਾਸ। ਕੀੜਾ ਜਿਹੜਾ ਹੁੰਦਾ, ਕੀੜੇ ਛੋਟੀ ਜਿਹੀ ਹੱਡੀ ਹੁੰਦੀ ਹੈ। ਜਿਹੜਾ ਕਿਰਮ ਹੁੰਦਾ, ਕਿਰਮ ਪਾਣੀ ਵਿੱਚ ਰਹਿੰਦਾ, ਉਹਨੂੰ ਉਂਗਲ ਉੱਤੇ ਚੁੱਕੀਏ ਉਹ ਜਦੇ ਹੀ ਸਭ ਖਤਮ ਹੋ ਜਾਂਦਾ, ਪਾਣੀ ਬਣ ਜਾਂਦਾ ਹੈ। ਅਤੇ ਗੁਰੂ ਰਾਮਦਾਸ ਪਾਤਸ਼ਾਹ ਦੀ ਇਹ ਨਿਮਰਤਾ ਹੈ ਕਿ ਮਹਾਰਾਜ, ਹੇ ਧੰਨ ਗੁਰੂ ਅਮਰਦਾਸ ਪਾਤਸ਼ਾਹ, ਮੈਂ ਕੀੜਾ ਹਾਂ, ਕਿਰਮ ਹਾਂ, ਸਤਿਗੁਰ ਦੀ ਸ਼ਰਨ ਤੱਕੀ ਹੈ, ਮੇਰੇ ਉੱਤੇ ਕਿਰਪਾ ਕਰੋ, ਕਰ ਦਇਆ ਨਾਮ ਪਰਗਾਸ, ਮੇਰੇ ਹਿਰਦੇ ਅੰਦਰ ਨਾਮ ਦਾ ਪ੍ਰਕਾਸ਼ ਕਰਨਾ ਕਰ। ਇੱਥੇ ਵੀ ਪਾਤਸ਼ਾਹ ਧੰਨ ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਮਹਾਰਾਜ ਇਹੀ ਬਚਨ ਵਰਤ ਰਹੇ ਹਨ, ਕਹਿੰਦੇ ਤੁਮ ਕਰੋ ਦਇਆ ਕਿਰਮਾਇਣਾ। ਹੇ ਮਾਲਕ, ਮੈਂ ਤਾਂ ਇੱਕ ਕਿਰਮਾਇਣਾ ਕੀੜਾ ਹਾਂ, ਮੈਂ ਕੀੜਾ ਮਕੌੜਾ ਹਾਂ, ਆਪ ਜੀ ਮੇਰੇ ਉੱਤੇ ਬਖਸ਼ਿਸ਼ ਕਰੋ, ਦਇਆ ਕਰਨੀ ਕਰੋ।
निर्गुण को संग लेहो रलाए, कर किरपा मोह टहलै लाए। देखो किन्नी निमरता। हुण की धन गुरु अर्जन दे मर निर्गुण सन। सतगुरु तां गुणां दे खजाने सी, जिन्हां ने बचपन दे विच ही अपने नाना गुरु पासों वर प्राप्त किया, दोहता बाणी का बोहता। कि वो गुरु अर्जन दे मर निर्गुण सी, एडा बड़ा जहाज रच दिता। सतगुर दी ये निमरता गुरु सवारियो, निमरता विच आके कह रहे ने, सिखाया कि चाहे ऐ सिखा तेरे अंदर हज़ारां गुण क्यों ना पैदा हो जाण, हज़ारां गुण होण दे बावजूद भी ते निमाणा बन के रहना, कदे अपना आप नहीं जनाना। मालक जी मैं निर्गुण हाँ, मैं निर्गुण यारे को गुण नाही, आपे तरस पियोई। मेरे ते बख्शिश कर मालक, निर्गुण को संग लेहो रलाए। मैनू निर्गुण नूं अपने नाल रलाना करो, अपने नाल जोड़ना करो। कर किरपा मोह टहलै लाए, मेरे उत्ते किरपा कर, बख्शिश कर ते मैनू अपनी टहल विच लाना करो, सेवा सिमरन विच लाना करो। पक्खा फेरो पीसो संत आगै, चरण धोए सुख पाएना। कहन लगे कि पातशाह जी कि जिहड़े परमात्मा तेरे जिहड़े संत जन हन, गुरमुख जन हन, उन्हां दे दर ते मैं पक्खा झलना करा। पीसो संत आगै। पुराने समियां दे विच, अजकल तो बड़ी गुरु की बख्शिश है, कोई बिजली नहीं हुंदी सी ते उदों पक्खे झले जाते, पक्खा झलण की सेवा बड़ी उत्तम मनी जाती। सतगुरु जी संघासन ते बहिंदे सन, दीवान सजदे सन, संगतां ने बड़े बड़े पक्खे लैने ते वो पक्खा झलण की सतगुरु 2 घंटे दीवान सजाने जां 1.5 घंटा जिन्ने भी समय बैठना, उन्ना सा पक्खा झली जाना। संगत ने आप पसीनो पसीनी हो जाना, पर संगत की सेवा करनी। पीसो संत आगै। अजकल तो बड़ी किरपा है, आप बाजार जाते हैं, चक्कियां लगियां, बड़े बड़िया चक्कियां लगियां हुई ने, दाने छड्ड के आंदे ते आटा बन के घर आ जाता है। उदों समा ये सी कि हत्थां वाली चक्कियां हुंदियां सन, गुरु घरां दे विच हत्थां वाली चक्कियां होणियां, संगतां ने सवा सवा मन पीसण पीना, बड़े प्यार दे नाले उन्हीं दाने पीने, नाले उन्हीं मुखों वाहिगुरू आखना, बाणी पढ़नी, सिमरन करनी। ये बड़ी सेवा मनी गई सी। बहुत संगतां सेवा करदियां सन। इत्थे सतगुरु यही आख रहे ने, कहंदे हे परमात्मा, जिहड़े तेरे संत जन हन, उन्हां दे अगे मैं पक्खा झलना करा, उन्हां दे दर ते मैं पीसो संत आगै, ते उन्हां दे दर ते मैं दाणे इत्यादक पीना करा, पर उन्हां दी टहल सेवा करा। चरण धोए सुख पाएना, ते उन्हां दे जल लैके मैं श्वास जल लैके उन्हां दे चरण धोना करा, इंज मैं सुख प्राप्त करा। बहुत दुआरे भ्रम भ्रम आया, तुमरी कृपा ते तुम शरण आया। बहुत दुआरे, एक दर नहीं, बहुते दर। मैं भटकदा भटकदा भरम विच फसिया होया, हुण मालक जी तेरे दर ते आ गया हाँ। वो आया दूरों चल कै, मैं तकी तो सरनाए जियो, मैं आशा रखी चित में, मेरा सबो दुख गवाए जियो। सगल द्वार को छाड़ कै गयो तुहार द्वार, बाहें गहे की लाज अस, गोबिंद दास तुहार। हो आया दूरों चल कै, बहुत द्वारे भ्रम भ्रम आया। बड़े दरां ते गया शांति लैण दे लई। मनुख जांदा ना, कदे पहाड़ां वाले चलिया गया, कदे किते चलिया, कदे गुफावां जाके बैठ गया, कदे जंगल वासी बन गया, कदे कुछ करना कि शायद मैनूं इत्थों शांति मिल जावे। पर भटकदा भटकदा कहंदे अखीर ते कहंदे मालक सारियां थावां ते विचर के हुण मैं तेरे दर ते आ गया, तेरी शरण विच आया हाँ।
ਬਾਬਾ ਫਰੀਦ ਜੀ ਨੇ ਆਪਣੀ ਜੀਵਨ ਕਾਲ ਦੇ 12 ਸਾਲ ਜੰਗਲ ਵਿੱਚ ਲਾ ਦਿੱਤੇ, ਲੰਮਾ ਸਮਾਂ, ਕੁਝ ਪ੍ਰਾਪਤ ਨਹੀਂ ਹੋਇਆ। ਫਿਰ ਕਹਿਣ ਲੱਗੇ, ਫਰੀਦਾ ਜੰਗਲ ਜੰਗਲ ਕਿਆ ਭਵੈ, ਬਣ ਕੰਡਾ ਮੋੜੇ, ਵਸੀ ਰੱਬ ਹਿਆਲੀ ਹੈ, ਜੰਗਲ ਕਿਆ ਢੂੰਡੇ। ਰੱਬ ਤਾਂ ਤੇਰੇ ਅੰਦਰ ਹੈ ਨਾ, ਜੰਗਲ ਵਿੱਚ ਜਾਣ ਦਾ ਕੁਝ ਫਾਇਦਾ ਨਹੀਂ। ਗੁਰੂ ਦੀ ਸ਼ਰਨ ਤਾਂ, ਗੁਰੂ ਦੀ ਸ਼ਰਨ ਵਿੱਚ ਗੁਰੂ ਵਾਲੇ ਬਣੇ ਬਾਬਾ ਫਰੀਦ ਜੀ, ਮੁਰਸ਼ਦ ਧਾਰਨ ਕੀਤਾ। ਫਿਰ ਗੁਰੂ ਸਵਰਨ ਨੂੰ ਰੱਬ ਦੀ ਪ੍ਰਾਪਤੀ ਹੋਈ। ਉਹਦੇ ਮੁਰਸ਼ਦ ਦੱਸਿਆ ਕਿ ਭਾਈ ਪਰਮਾਤਮਾ ਨੂੰ ਅੰਦਰੋਂ ਹੀ ਪ੍ਰਾਪਤ ਕਰ, ਤੇਰੇ ਖੁਦਾ ਤੇਰੇ ਅੰਦਰ ਬੈਠਾ ਹੋਇਆ ਹੈ। ਫਿਰ ਖੁਦਾ ਨੂੰ ਪ੍ਰਾਪਤ ਕੀਤਾ, ਇੱਕਮਿਕ ਹੋ ਗਏ। ਅਤੇ ਇਹ ਹੈ ਜਦੋਂ ਥਾਵਾਂ ਦਾ ਭਟਕ ਕੇ, ਕਦੇ ਕਿਸੇ ਦੇਵੀ ਦੇ ਜਾ ਕੇ ਮੱਥਾ ਟੇਕਦਾ, ਕਦੇ ਕਿਸੇ ਦੇਵਤੇ ਨੂੰ, ਕਿਸੇ ਪੱਥਰ ਦੀ ਪੂਜਾ ਕਰਨ ਲੱਗ ਪਿਆ, ਕਦੇ ਕੁਝ ਕਰਨ ਲੱਗਿਆ। ਸਾਰੇ ਕਰਮ ਕਾਂਡ ਕਰਕੇ ਦੇਖ ਲਏ। ਹੁਣ ਭਟਕਦਾ ਮਾਲਕ ਮੈਂ ਹੁਣ ਤੇਰੇ ਦਰ 'ਤੇ ਆ ਗਿਆ, ਤੁਮਰੀ ਕਿਰਪਾ 'ਤੇ ਤੁਮ ਸ਼ਰਨ ਆਇਆ। ਤੁਹਾਡੀ ਕਿਰਪਾ ਦੇ ਰਾਹੀਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ, ਮੇਰੇ 'ਤੇ ਇਹ ਬਖਸ਼ਿਸ਼ ਕਰੋ ਮੇਰੇ ਮਾਲਕ ਜੀ। ਸਦਾ ਸਦਾ ਸੰਤਹਿ ਸੰਗ ਰਾਖੋ, ਇਹੋ ਨਾਮ ਦਾਨ ਦੇ ਬਾਇਣਾ। ਮੰਗਿਆ ਕੀ ਸਤਿਗੁਰ ਨੇ, ਕਹਿੰਦੇ ਸਦਾ ਸਦਾ ਸੰਤਹਿ ਸੰਗ ਰਾਖੋ। ਪਰਮੇਸ਼ਰ ਜੀ ਜਿਹੜੇ ਤੁਹਾਡੇ ਸੰਤ ਜਨ ਹਨ, ਉਹਨਾਂ ਦੀ ਮੈਨੂੰ ਸੰਗਤ, ਉਹਨਾਂ ਦਾ ਸੰਗ ਮੈਨੂੰ ਬਖਸ਼ਣਾ ਕਰੋ, ਉਹਨਾਂ ਦੀ ਸ਼ਰਨ ਵਿੱਚ ਰੱਖਣਾ ਕਰੋ। ਮੈਂ ਤੁਹਾਡੇ ਦਰ ਤੋਂ ਹੀ ਇਹੋ ਨਾਮ ਦਾਨ ਦੇ ਬਾਇਣਾ। ਉਹਨਾਂ ਗੁਰਮੁਖਾਂ ਪਾਸੋਂ, ਰੱਬ ਦੇ ਪਿਆਰੇ ਸੰਤ ਜਨਾਂ ਪਾਸੋਂ ਮੈਨੂੰ ਆਪਣਾ ਨਾਮ, ਜਿਹੜਾ ਨਾਮ ਦਾ ਦਾਨ ਦਿਵਾਣਾ, ਇਹ ਦਿਵਾਣਾ ਕਰੋ। ਭਏ ਕਿਰਪਾਲ ਸੋ ਗੁਸਾਈ ਮੇਰੇ, ਦਰਸ਼ਨ ਪਾਇਆ ਸਤਿਗੁਰ ਪੂਰੇ। ਅਖੀਰਲੀ ਪੰਕਤੀ 'ਚ ਗੁਰਦੇਵ ਜੀ ਬਚਨ ਕਰਦੇ ਹਨ, ਕਹਿੰਦੇ ਨੇ ਭਏ ਕਿਰਪਾਲ ਗੁਸਾਈ ਮੇਰੇ। ਜਦੋਂ ਰੱਬ ਦੇ ਪਿਆਰੇ ਗੁਰਮੁਖਾਂ ਦੀ, ਸੰਤਾਂ ਮਹਾਂਪੁਰਖਾਂ ਦੀ ਸੰਗਤ ਕੀਤੀ, ਉਹਨਾਂ ਦੀ ਸੰਗਤ ਕਰਕੇ ਨਾਮ ਬਾਣੀ ਦਾ ਅਭਿਆਸ ਕਮਾਈ ਕੀਤੀ, ਕਹਿੰਦੇ ਫਿਰ ਸਮਾਂ ਆ ਗਿਆ ਮਾਲਕ ਨੂੰ ਮਿਲਣ ਦਾ, ਮਾਲਕ ਨਾਲ ਇੱਕਮਿਕ ਹੋਣ ਦਾ ਸਮਾਂ ਆ ਗਿਆ। ਜਦੋਂ ਉਹ ਸਮਾਂ ਆਇਆ, ਕਹਿੰਦੇ ਫਿਰ ਭਏ ਕਿਰਪਾਲ, ਕਿਰਪਾ ਆਲ ਕਿਰਪਾ ਦੇ ਘਰ। ਕਹਿੰਦੇ ਜਿਹੜਾ ਗੁਸਾਈ, ਸਾਰੀ ਧਰਤੀ ਦਾ ਮਾਲਕ, ਸਾਰੇ ਸੰਸਾਰ ਦਾ ਮਾਲਕ, ਉਹ ਗੁਸਾਈ ਸੁਆਮੀ ਮਾਲਕ ਕਹਿੰਦੇ ਮੇਰੇ ਉੱਤੇ ਕਿਰਪਾਲੂ ਹੋ ਗਏ, ਕਿਰਪਾ ਦੇ ਘਰ ਵਿੱਚ ਆ ਗਏ। ਉਹਨਾਂ ਨੇ ਐਡੀ ਵੱਡੀ ਬਖਸ਼ਿਸ਼ ਕਰ ਲਈ, ਮੇਰੇ 'ਤੇ ਤਰਸ ਕਰ ਲਿਆ। ਤਰਸ ਕਰ ਕੀ ਕੀਤਾ, ਦਰਸ਼ਨ ਪਾਇਆ ਸਤਿਗੁਰ ਪੂਰੇ। ਮਾਲਕ ਦੀ ਕਿਰਪਾ ਦੇ ਨਾਲ ਪੂਰੇ ਸਤਿਗੁਰ ਦੇ ਦਰਸ਼ਨ ਪ੍ਰਾਪਤ ਹੋ ਗਏ। ਮੈਨੂੰ ਮੇਰਾ ਮਾਲਕ ਮਿਲ ਗਿਆ, ਉਹ ਸਤਿਗੁਰੂ ਮਿਲ ਗਏ। ਸਤਿਗੁਰੂ ਦੀ ਸ਼ਰਨ ਤੱਕਣਾ ਕੀਤੀ ਅਤੇ ਸਤਿਗੁਰੂ ਪੂਰਨ ਮੈਂ ਇੱਕਮਿਕ ਹੋ ਗਿਆ। ਉਹ ਮਾਲਕ ਨੂੰ ਮੈਂ ਪ੍ਰਾਪਤ ਕਰ ਲਿਆ। ਸੂਖ ਸਹਿਜ ਸਦਾ ਆਨੰਦਾ, ਨਾਨਕ ਦਾਸ ਦਸਾਇਣਾ। ਹੁਣ ਪਾਤਸ਼ਾਹ ਜੀ ਬਚਨ ਕਰਦੇ ਹਨ, ਕਹਿੰਦੇ ਜਦੋਂ ਸਤਿਗੁਰ ਦੇ ਦਰਸ਼ਨ, ਪੂਰੇ ਸਤਿਗੁਰ ਦੇ ਦਰਸ਼ਨ ਹੋ ਗਏ, ਪੂਰੇ ਸਤਿਗੁਰ ਦੀ ਮੈਨੂੰ ਅਸੀਸ ਪ੍ਰਾਪਤ ਹੋ ਗਈ, ਹੁਣ ਮੇਰੇ ਹਿਰਦੇ ਦੇ ਅੰਦਰ ਸੁੱਖ ਪ੍ਰਾਪਤ ਹੋ ਗਿਆ, ਸਦੀਵੀ ਕਾਲ ਦਾ ਸੁੱਖ। ਇੱਕ ਸੁੱਖ ਹੁੰਦਾ ਕਿ ਅੱਜ ਸੁੱਖ ਹੈ ਅਤੇ ਕੱਲ੍ਹ ਨੂੰ ਉਹ ਸੁੱਖ ਦੁੱਖ ਦਾ ਕਾਰਨ ਬਣ ਜਾਂਦਾ, ਉਹ ਸੁੱਖ ਖਤਮ ਹੋ ਜਾਂਦਾ। ਪਰ ਇੱਕ ਸਦੀਵੀ ਸੁੱਖ ਹੁੰਦਾ, ਸਰੀਰ ਚਲਿਆ ਜਾਵੇ, ਸਰੀਰ ਦੇ ਟੁਕੜੇ ਟੁਕੜੇ ਹੋ ਜਾਣ, ਪਰ ਉਹ ਸੁੱਖ ਕਦੇ ਭੰਗ ਨਹੀਂ ਹੁੰਦਾ। ਉਹ ਸੁੱਖ ਦੀ ਪਾਤਸ਼ਾਹ 'ਤੇ ਗੱਲ ਕਰਦੇ ਹਨ, ਕਹਿੰਦੇ ਮਾਲਕ ਜੀ ਸੁੱਖ ਮਿਲ ਗਿਆ। ਸਹਿਜ, ਸਹਿਜ ਕਹਿੰਦੇ ਨੇ ਆਤਮ ਅਡੋਲਤਾ ਵਾਲੀ ਅਵਸਥਾ, ਜਿੱਥੇ ਮਨ ਡੋਲਦਾ ਨਹੀਂ, ਉਹ ਵੀ ਕਹਿੰਦੇ ਪ੍ਰਾਪਤ ਹੋ ਗਈ। ਸਦੀਵੀ ਕਾਲ ਦਾ ਆਨੰਦ, ਇੱਕ ਆਨੰਦ ਅੱਜ ਆਨੰਦ ਹੈ ਅਤੇ ਕੱਲ੍ਹ ਨੂੰ ਆਨੰਦ ਮੁੱਕ ਗਿਆ। ਪਰ ਇੱਕ ਸਦੀਵੀ ਕਾਲ ਦਾ ਆਨੰਦ, ਜਿਹੜਾ ਆਨੰਦ ਕਦੇ ਭੰਗ ਨਹੀਂ ਹੋਣ ਵਾਲਾ, ਉਹ ਸਦੀਵੀ ਕਾਲ ਦਾ ਆਨੰਦ ਰੱਬ ਦੇ ਪਿਆਰਿਆਂ ਨੂੰ ਪ੍ਰਾਪਤ ਹੁੰਦਾ ਹੈ ਅਤੇ ਕਹਿੰਦੇ ਉਹ ਮਿਲ ਗਿਆ। ਇਸ ਕਰਕੇ ਨਾਨਕ ਦਾਸ ਦਸਾਇਣ,
ਜਿਹੜਾ ਨਾਨਕ ਗੁਰੂ ਜੀ ਉਚਾਰਨ ਕਰਦੇ ਹਨ, ਕਹਿੰਦੇ ਪਰਮੇਸ਼ਰ ਜੀ ਜਿਹੜੇ ਤੇਰੇ ਦਾਸ ਸੇਵਕ ਹਨ ਉਹਨਾਂ ਦਾ ਅੱਗੇ ਨਾਨਕ ਦਾਤ ਦਸਾਇਣਾ, ਮੈਨੂੰ ਉਹਨਾਂ ਦੀ ਸੰਗਤ ਬਖਸ਼ਣਾ ਕਰ। ਉਹ ਇਹੋ ਜਿਹੇ ਦਾਸਾਂ ਦਾ ਮੈਨੂੰ ਸੰਗਤ ਬਖਸ਼ਦਾ ਕਿ ਉਹਨਾਂ ਨਾਲ ਬੈਠ ਕੇ ਮੈਂ ਤੇਰਾ ਨਾਮ ਜਪ ਸਕਾਂ, ਬੰਦਗੀ ਕਰ ਸਕਾਂ, ਤੇਰੇ ਗੁਣਾਂ ਦਾ ਗਾਇਨ ਕਰ ਸਕਾਂ। ਮੈਨੂੰ ਇਹੋ ਜਿਹੇ ਆਪਣੇ ਦਾਸਾਂ ਦੇ ਦਰਸ਼ਨ ਦੀਦਾਰੇ ਬਖਸ਼ਣਾ ਕਰ ਤਾਂ ਕਿ ਮੇਰਾ ਵੀ ਜੀਵਨ ਸਫਲਾ ਹੋ ਸਕੇ। ਇਹ ਗੁਰੂ ਸਵਾਰਿਓ ਸਤਿਗੁਰੂ ਮਹਾਰਾਜ ਨੇ ਸਾਡੇ 'ਤੇ ਬਖਸ਼ਿਸ਼ ਕੀਤੀ ਹੈ। ਦਾਸ ਤੋਂ ਬੋਲਦਿਆਂ ਤੋਂ ਇੱਕ ਨਹੀਂ ਅਨੇਕਾਂ ਗਲਤੀਆਂ ਹੋ ਗਈਆਂ ਹੋਣਗੀਆਂ। ਸੰਗਤ ਅਤੇ ਸਤਿਗੁਰੂ ਬਖਸ਼ਣਯੋਗ ਹਨ। ਭੁੱਲ ਚੁੱਕ ਦੀ ਖਿਮਾ ਕਰਨੀ ਜੀ। ਆਓ